ਇਹਨੂੰ ਕਲਰ ਕੁਲਰ ਕਰਦੇ ਆ 12 ਦਿਨ ਹੋ ਚੁੱਕੇ ਆ। ਤੇ ਕਿਸ ਚਾਹਤ ਦੇ ਨਾਲ ਆ ਜਿਹੜੀ ਤੁਸੀਂ ਇਹ ਮਕਾਨ ਤਿਆਰ ਕੀਤਾ ਹੈ? ਇਹ ਮੇਰੀ ਚਾਹਤ ਹੈ ਕਿ ਇਦਾਂ ਦਾ ਸਾਡਾ ਵੀ ਘਰ ਹੋਵੇ, ਜਾਂ ਇਦਾਂ ਦਾ ਨਹੀਂ ਕੋਠੀ ਨਹੀਂ ਤਾਂ ਇੱਕ ਕੋਠਾ ਜ਼ਰੂਰ ਹੋਵੇ ਸਾਡੇ ਰਹਿਣ ਵਾਸਤੇ। ਪਹਿਲੇ ਅਸੀਂ ਨਾਨੀ ਕੇ ਘਰ ਰਹਿੰਦੇ ਸਾਂ, ਨਾਨਕੇ ਆਏ ਇੱਥੇ। ਉਹਨਾਂ ਦੇ ਮਾਮਾ ਜੀ ਉੱਥੇ ਰਹਿੰਦੇ ਆ ਤੇ ਉਹਨਾਂ ਦੇ ਕੋਲ ਥਾਂ ਥੋੜਾ ਹੈ ਤੇ ਇਸ ਕਰਕੇ ਉਹਨਾਂ ਦੀ ਜਗ੍ਹਾ ਬਹੁਤ ਥੋੜੀ, ਤੇ ਉਹ ਕਹਿੰਦੇ ਸੀ ਕਿ ਸਾਡਾ ਥਾਂ ਇੱਥੋਂ ਵਿਹਲਾ ਕਰ ਦਿਓ, ਅਸੀਂ ਵੀ ਰਹਿਣਾ ਇੱਥੇ। ਮੇਰਾ ਵੀ ਵੀਰ ਜੀ ਘਰ ਬਹੁਤ ਵਧੀਆ ਸੀਗਾ, ਸੁੱਖ ਦੀ ਰੋਟੀ ਮੈਂ ਖਾਂਦਾ ਸੀ। ਜਿੱਦਾਂ ਸੰਸਾਰ ਸੌਂਦਾ ਹੈ ਰੱਜ ਕੇ, ਉੱਦਾਂ ਹੀ ਮੈਂ ਵੀ ਰੋਟੀ ਖਾਣੀ ਪਾ ਕੇ ਵਧੀਆ ਸੌਂਦਾ ਸੀਗਾ ਜੀ। ਮਿਹਨਤ ਮਜ਼ਦੂਰੀ ਕਰਕੇ ਕਦੀ ਕਿਸੇ ਦਾ ਪੋਚਾ ਫੇਰਾਉਣਾ, ਕਿਸੇ ਦੀ ਮਿੱਟੀ ਲਾਉਣੀ, ਕਿਸੇ ਦਾ ਕੰਮ ਕਰਾਉਣਾ, ਗੋਹੇ ਕੂੜੇ ਦਾ, ਲੀਰ ਬੋਕਰ ਦਾ, ਇਦਾਂ ਗੁਜ਼ਾਰਾ ਕਰਦੇ ਰਹਿ ਕਰਦਾ। ਹਾਂਜੀ, ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਤੇ ਇਸ ਕਾਰਨ ਉਹਨਾਂ ਦੀ ਲੱਤ ਟੁੱਟ ਗਈ ਤੇ ਹਸਪੀਟਲ ਵਿੱਚ ਉਹਨਾਂ ਪੈਸੇ ਬਹੁਤ ਮੰਗੇ ਸੀ ਤੇ ਇਸ ਕਰਕੇ ਉਹ ਛੁੱਟੀ ਨਹੀਂ ਦੇ ਰਹੇ ਤੇ ਬਹੁਤ ਜ਼ਿਆਦਾ ਪੈਸੇ ਲੱਗ ਚੁੱਕੇ ਸੀ ਤੇ ਉਹਨਾਂ ਬਹੁਤ ਜ਼ਿਆਦਾ ਪੈਸੇ ਮੰਗੇ ਤੇ ਇਸ ਕਰਕੇ ਸਾਨੂੰ ਥਾਂ ਵੇਚਣਾ ਪਿਆ ਸੀ। ਉਹ ਕਲੈਣੀ ਰਾਤ 27 ਦਸੰਬਰ 2001 ਨੂੰ ਜਦੋਂ ਰਾਤ ਮੇਰਾ ਐਕਸੀਡੈਂਟ ਹੋਇਆ, ਉਸ ਟਾਈਮ ਮੈਨੂੰ ਖਤਮ ਹੋਇਆ ਸਮਝਿਆ ਸੀਗਾ ਤੇ ਇੱਦਾਂ ਮੇਰੇ ਪਿੰਡ ਦੇ ਮਿੱਤਰਾਂ ਸੱਜਣਾਂ ਨੇ ਕਿਤੇ ਦੇਖ ਕੇ ਤੇ ਹਸਪੀਟਲ ਮੈਨੂੰ ਐਡਮਿਟ ਕਰਾਤਾ। ਹਾਂਜੀ, ਕਿ ਉਹ ਕਹਿੰਦੀ ਕਿ ਮੈਂ ਸਾਡਾ ਸੁਪਨਾ ਸਾਡਾ ਵੀ ਕਿਤੇ ਇਦਾਂ ਦਾ ਘਰ ਬਣ ਜੂ, ਸਾਡਾ ਮਹਾਰਾਜ ਬਣਾਉਂਗਾ, ਕਿਸ ਕਰਕੇ ਇਹਨੇ ਕੋਠੀ ਤਿਆਰ ਕੀਤੀ ਗਈ। ਮੇਰੇ ਮੰਮਾ ਘਰ ਲੋਕਾਂ ਦਾ ਗੋਹਾ ਕੂੜਾ ਸੁੱਟ ਕੇ ਫਿਰ ਸਾਨੂੰ ਕਮਾ ਕੇ ਲਿਆ ਕੇ ਦਿੰਦੇ, ਆਪ ਨਹੀਂ ਹੀ ਖਾਂਦੇ, ਸਾਨੂੰ ਜ਼ਰੂਰ ਖਵਾਉਂਦੇ ਹੁੰਦੇ ਸੀ। ਸਾਡੇ ਮਨ ਤੇ ਬਹੁਤ ਬੀਤੀ, ਕਈ ਅਰਥ ਜੀ ਕਰਦਾ ਬੱਚੇ 4-6 ਜਾਣੇ ਦਵਾਈ ਪੀ ਕੇ ਤੇ ਆਪਣੀ ਆਤਮ ਹੱਤਿਆ ਕਰ ਲਈ। ਜ਼ਿੰਦਗੀ ਦਾ ਜੀਣ ਦਾ ਕੀ ਫਾਇਦਾ? ਨਾ ਕੋਈ ਰਿਸ਼ਤੇਦਾਰ ਬਾਂਹ ਫੜਦਾ, ਨਾ ਕੋਈ ਮੈਂਬਰ ਸਰਪੰਚ ਬਾਂਹ ਫੜਦਾ। ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਗੁਰਚੇਤ ਔਲਖ। ਸਥਾਨਕ ਸ਼ਹਿਰ ਭਿੱਖੀਵਿੰਡ ਤੋਂ 12-15 ਕਿਲੋਮੀਟਰ ਦੂਰ ਸਥਿਤ ਹੈ ਪਿੰਡ ਡੱਲ, ਜਿੱਥੇ ਇੱਕ ਧੀ ਜਿਹੜੀ ਆ ਚਰਚਾ ਦਾ ਵਿਸ਼ਾ ਬਣੀ ਹੋਈ ਆ, ਜਿਹਨੇ 2 ਮੰਜ਼ਲੀ ਜਿਹੜੀ ਹੈ ਕੋਠੀ ਮਿੱਟੀ ਦੇ ਨਾਲ ਤਿਆਰ ਕੀਤੀ ਹੋਈ ਹੈ। ਪਰ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਉਸ ਧੀ ਦੇ ਕੋਲ ਸਿਰ ਲਗਾਉਣ ਲਈ ਆਪ ਦੇ ਕੋਲ ਛੱਤ ਨਹੀਂ ਹੈ। ਤੇ ਅੱਜ ਅਸੀਂ ਪਹੁੰਚੇ ਉਸ ਧੀ ਦੇ ਨਾਲ ਗੱਲਬਾਤ ਕਰਨ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰ ਰਹੀ ਹੈ ਤੇ ਕਿਸ ਚਾਹਤ ਦੇ ਨਾਲ ਆ ਜਿਹੜੀ ਉਹਨੇ 2 ਮੰਜ਼ਲੀ ਕੋਠੀ ਤਿਆਰ ਕੀਤੀ ਹੈ। ਹੁਣ ਸਾਡੇ ਨਾਲ ਮੌਜੂਦ ਹੈ ਜਸਵਿੰਦਰ ਕੌਰ, ਧੀ ਜਿਹੜੀ ਆ ਕਿ 16 ਸਾਲਾ। ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ। ਜਸਵਿੰਦਰ ਜੀ, ਜਿਹੜੀ ਤੁਸੀਂ ਇਹ ਕੋਠੀ ਤਿਆਰ ਕੀਤੀ ਹੈ 2 ਮੰਜ਼ਲੀ, ਕਿੰਨਾ ਵਕਤ ਲੱਗਾ ਇਹਨੂੰ ਤਿਆਰ ਕਰਨ ਲਈ? ਇਹਨੂੰ ਕਲਰ ਕੁਲਰ ਕਰਦੇ ਆ 12 ਦਿਨ ਹੋ ਚੁੱਕੇ ਆ। ਤੇ ਕਿਸ ਚਾਹਤ ਦੇ ਨਾਲ ਆ ਜਿਹੜੀ ਤੁਸੀਂ ਇਹ ਮਕਾਨ ਤਿਆਰ ਕੀਤਾ ਹੈ? ਇਹ ਮੇਰੀ ਚਾਹਤ ਹੈ ਕਿ ਇਦਾਂ ਦਾ ਸਾਡਾ ਵੀ ਘਰ ਹੋਵੇ, ਜਾਂ ਇਦਾਂ ਦਾ ਨਹੀਂ ਕੋਠੀ ਨਹੀਂ ਤਾਂ ਇੱਕ ਕੋਠਾ ਜ਼ਰੂਰ ਹੋਵੇ ਸਾਡੇ ਰਹਿਣ ਵਾਸਤੇ। ਤੁਸੀਂ ਕਿੰਨੇ ਚਿਰ ਤੋਂ ਬਿਨਾਂ ਕੋਠੇ ਤੋਂ ਬਿਨਾਂ ਛੱਤ ਤੋਂ ਰਹਿ ਰਹੇ ਹੋ? ਅਸੀਂ ਇੱਥੇ ਕਿਰਾਏ ਤੇ ਰਹਿੰਦੇ ਆ ਦੂਸਰੇ ਘਰ। ਪਹਿਲੇ ਅਸੀਂ ਨਾਨੀ ਕੇ ਘਰ ਰਹਿੰਦੇ ਸਾਂ, ਨਾਨਕੇ ਆਏ ਇੱਥੇ। ਉਹਨਾਂ ਦੇ ਮਾਮਾ ਜੀ ਉੱਥੇ ਰਹਿੰਦੇ ਆ ਤੇ ਉਹਨਾਂ ਦੇ ਕੋਲ ਥਾਂ ਥੋੜਾ ਹੈ ਤੇ ਇਸ ਕਰਕੇ ਉਹਨਾਂ ਦੀ ਜਗ੍ਹਾ ਬਹੁਤ ਥੋੜੀ, ਤੇ ਉਹ ਕਹਿੰਦੇ ਸੀ ਕਿ ਸਾਡਾ ਥਾਂ ਇੱਥੋਂ ਵਿਹਲਾ ਕਰ ਦਿਓ, ਅਸੀਂ ਵੀ ਰਹਿਣਾ ਇੱਥੇ। ਕਿੰਨੇ ਚਿਰ ਤੋਂ ਜਿਹੜਾ ਤੁਸੀਂ ਇਦਾਂ ਗਰੀਬੀ ਦੇ ਵਿੱਚ ਦਰ ਦੀਆਂ ਠੋਕਰਾਂ ਖਾ ਲਈ ਮਜਬੂਰ ਹੋਏ? 10 ਸਾਲ ਅਸੀਂ ਦਰ ਦੀਆਂ ਠੋਕਰਾਂ ਖਾ ਰਹੇ ਹਾਂ ਤੇ ਅਸੀਂ ਨਾਨਕੇ ਪਿੰਡ ਜਦੋਂ ਆ ਗਏ ਤੇ ਕਿਰਾਏ ਤੇ ਰਹਿਣ ਲੱਗ ਪਏ। ਤੇ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ? ਤੁਹਾਡੇ ਕੁੱਲ ਮੈਂਬਰ ਕਿੰਨੇ ਨੇ ਪਰਿਵਾਰ ਦੇ ਵਿੱਚ? ਮੇਰੇ ਫਾਦਰ ਸਾਹਿਬ ਮਿਹਨਤ ਮਜ਼ਦੂਰੀ ਕਰਕੇ ਲਿਆਉਂਦੇ ਆ ਤੇ ਫਿਰ ਸਾਨੂੰ ਖਵਾਉਂਦੇ ਆ ਤੇ ਅਸੀਂ ਕੁੱਲ 6 ਮੈਂਬਰ ਹਾਂ। ਤੇ ਤੁਹਾਡੇ ਫਾਦਰ ਸਾਹਿਬ ਦੀ ਵੀ ਪਹਿਲਾਂ ਜਿਹੜੀ ਹਾਲਤ ਇਹਦੇ 'ਚ ਖਰਾਬ ਹੋਈ ਸੀ, ਜਿਹਦੇ ਕਾਰਨ ਤੁਹਾਨੂੰ ਮਕਾਨ ਵੇਚਣਾ ਪਿਆ? ਹਾਂਜੀ, ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਤੇ ਇਸ ਕਾਰਨ ਉਹਨਾਂ ਦੀ ਲੱਤ ਟੁੱਟ ਗਈ ਤੇ ਹਸਪੀਟਲ ਵਿੱਚ ਉਹਨਾਂ ਪੈਸੇ ਬਹੁਤ ਮੰਗੇ ਸੀ ਤੇ ਇਸ ਕਰਕੇ ਉਹ ਛੁੱਟੀ ਨਹੀਂ ਦੇ ਰਹੇ ਤੇ ਬਹੁਤ ਜ਼ਿਆਦਾ ਪੈਸੇ ਲੱਗ ਚੁੱਕੇ ਸੀ ਤੇ ਉਹਨਾਂ ਬਹੁਤ ਜ਼ਿਆਦਾ ਪੈਸੇ ਮੰਗੇ ਤੇ ਇਸ ਕਰਕੇ ਸਾਨੂੰ ਥਾਂ ਵੇਚਣਾ ਪਿਆ ਸੀ। ਤੇ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ, ਕਿਹੜੀ ਕਲਾਸ ਦੇ ਵਿੱਚ ਸਟੱਡੀ ਕਰ ਰਹੇ ਹੋ? ਤੇ ਤੁਹਾਡੀ ਪੜ੍ਹਾਈ ਦਾ ਜਿਹੜਾ ਵਾ ਕਿਵੇਂ ਦਾ ਰਿਜ਼ਲਟ ਆ ਰਿਹਾ?
ਮੈਂ 8ਵੀਂ ਜਮਾਤ ਵਿੱਚ ਪੜ੍ਹਦੀ ਹਾਂ ਤੇ ਉਹ ਮੈਂ ਵੀ ਮੈਡਲ ਵੀ ਪ੍ਰਾਪਤ ਕੀਤੇ ਆ, ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਾਂ। ਪਰ ਜਦੋਂ ਵੀ ਪੇਪਰ ਪਾਪਰ ਵੀ ਇਦਾਂ ਕੋਈ ਹੋ ਜਾਂਦਾ ਤਾਂ ਪੈਸੇ ਖੁਣੋਂ ਰਹਿ ਜਾਂਦੀ ਹਰ ਇੱਕ ਚੀਜ਼। ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ। ਤੇ ਪੜ੍ਹਾਈ ਦੇ ਨਾਲ ਨਾਲ ਤੁਸੀਂ ਡਰਾਇੰਗ ਵੀ ਕਰ ਲੈਂਦੇ ਹੋ, ਮੈਨੂੰ ਵੀ ਪਤਾ ਲੱਗਾ ਕਿ ਜਿਹੜੀ ਤੁਸੀਂ ਸਟਿਚਿੰਗ ਵਗੈਰਾ ਜਾਂ ਕੋਈ ਰੰਗੋਲੀ ਟਾਈਪ ਵੀ ਬਣਾ ਲੈਂਦੇ ਹੋ। ਹਾਂਜੀ, ਮੈਨੂੰ ਸਿਖਲਾਈ ਦਾ ਵੀ ਬਹੁਤ ਸ਼ੌਂਕ ਆ, ਕਢਾਈ ਦਾ ਬਹੁਤ ਸ਼ੌਂਕ ਆ, ਜਿਸ ਤਰ੍ਹਾਂ ਵੀ ਗੁਲਦਸਤੇ ਬਣਾਉਣਾ, ਕੋਠੀ ਤਿਆਰ ਕਰਨਾ। ਇਹ ਤਾਂ ਕੋਠੀ ਤਾਂ ਮੇਰੀ ਦਿਲ ਦੀ ਤਮੰਨਾ ਸੀ ਕਿ ਇਸ ਤਰ੍ਹਾਂ ਦਾ ਸਾਡਾ ਵੀ ਘਰ ਹੋਵੇ ਤੇ ਅਸੀਂ ਵੀ ਇਸ ਤਰ੍ਹਾਂ ਦੇ ਘਰ ਵਿੱਚ ਰਹੀਏ। ਤੇ ਤੁਸੀਂ ਜਿਹੜਾ ਕਿ ਸਟੱਡੀ ਦੇ ਵਿੱਚ ਹੋਣਹਾਰ ਹੋ, ਹੁਣ ਤੁਸੀਂ ਮੈਡਲ ਵੀ ਪ੍ਰਾਪਤ ਕੀਤੇ, ਤੁਹਾਨੂੰ ਸਕੂਲ ਵੱਲੋਂ ਇਦਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਜਾਂ ਤੁਹਾਡੀ ਪੜ੍ਹਾਈ ਫ੍ਰੀ ਕੀਤੀ ਹੋਈ, ਤੁਸੀਂ 4 ਭੈਣ ਭਰਾ ਹੋ ਤੇ ਤੁਹਾਨੂੰ ਜਿਹੜੀ ਆ ਫੀਸ ਦੇ ਵਿੱਚ ਕੋਈ ਰਿਆਇਤ ਦਿੱਤੀ ਗਈ ਹੋਵੇ? ਕੁਛ ਵੀ ਨਹੀਂ ਦਿੱਤਾ ਗਿਆ ਕਿਸੇ ਵੀ ਮੇਰੇ ਵੀਰ ਲਈ, ਭੈਣਾਂ ਲਈ, ਕੁਛ ਵੀ ਇਸ ਤਰ੍ਹਾਂ ਦੇ ਕੋਈ ਵੀ ਉਹਨਾਂ ਫੀਸ ਮਾਫ ਨਹੀਂ ਕੀਤੀ। ਤੇ ਜਦੋਂ ਤੁਹਾਡੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦੇ ਘਰ ਦੇ ਜਿਹੜਾ ਤੁਸੀਂ ਸਾਰਾ ਵੇਚ ਕੇ ਉਹਨਾਂ ਦੇ ਉੱਪਰ ਪੈਸੇ ਲਾਏ ਤੇ ਤੁਹਾਡੀ ਹੋਰ ਕਿਸੇ ਨੇ ਜਾਂ ਕਿਸੇ ਪਰਿਵਾਰਕ ਮੈਂਬਰ ਨੇ ਜਾਂ ਕਿਸੇ ਹੋਰ ਸਮਾਜ ਸੇਵੀ ਸੰਸਥਾ ਨੇ ਕੋਈ ਮਦਦ ਨਹੀਂ ਕੀਤੀ? ਨਹੀਂ, ਹੋਰ ਕੋਈ ਅਸੀਂ ਵੀ ਕੋਈ ਇਸ ਤਰ੍ਹਾਂ ਦਾ ਕਿਸੇ ਨੇ ਮਦਦ ਨਹੀਂ ਕੀਤੀ, ਇਸ ਕਰਕੇ ਸਾਨੂੰ ਥਾਂ ਵੇਚਣਾ ਪਿਆ ਸੀ। ਤੇ ਜਦੋਂ ਮਤਲਬ ਤੁਸੀਂ ਆ 2 ਮੰਜ਼ਲੀ ਮਕਾਨ ਤਿਆਰ ਕੀਤਾ ਤੇ ਤੁਹਾਡੇ ਕੋਲ ਆਪ ਰਹਿਣ ਲਈ ਛੱਤ ਨਹੀਂ ਸੀ, ਤੇ ਕਿਸ ਚਾਹਤ ਦੇ ਨਾਲ, ਕੀ ਕਾਰਨ ਸੀ ਕਿ ਤੁਸੀਂ ਆਪਦੇ ਕੋਲ ਛੱਤ ਨਹੀਂ ਤੇ ਤੁਸੀਂ 2 ਮੰਜ਼ਲੀ ਮਕਾਨ ਤਿਆਰ ਕੀਤਾ? ਇਹ ਮੇਰੇ ਦਿਲ ਦੀ ਤਮੰਨਾ ਹੈ ਕਿ ਇਸ ਤਰ੍ਹਾਂ ਦਾ ਸਾਡਾ ਕੋਈ ਵੀ ਘਰ ਬਣਾ ਸਕੇ, ਵੀ ਇਸ ਤਰ੍ਹਾਂ ਅਸੀਂ ਵੀਡੀਓ ਪਾਉਣ ਲੱਗ ਪਏ ਕਿ ਜਿਸ ਤਰ੍ਹਾਂ ਦੇ ਇਹ ਹੈ ਤੇ ਸਾਡੇ ਲਈ ਇਸ ਤੋਂ ਥੋੜ੍ਹਾ ਜਿਹਾ ਜਾਂ ਇੱਕ ਕੋਠਾ ਹੀ ਜ਼ਰੂਰ ਹੋਵੇ ਜਿੱਥੇ ਅਸੀਂ ਰਹਿ ਸਕੀਏ, ਤਾਂ ਥੋੜ੍ਹਾ ਜਿਹਾ ਥਾਂ 3 ਮਰਲੇ ਜਾਂ 4 ਮਰਲੇ ਸਾਨੂੰ ਦਿੱਤਾ ਜਾਵੇ। ਤੁਹਾਡਾ ਜੱਦੀ ਪਿੰਡ ਕਿਹੜਾ ਤੇ ਤੁਸੀਂ ਉੱਠ ਕੇ ਜਿਹੜਾ ਨਾਨਕੇ ਆਏ ਹੋ? ਸਾਡਾ ਸ਼ੁਰੂ ਤੋਂ ਪਿੰਡ ਨਾਰਲੀ ਸੀ, ਜਿੱਥੇ ਮੇਰੇ ਮਾਂ ਦਾ ਵਿਆਹ ਹੋਇਆ ਸੀ, ਉੱਥੇ ਨਾਰਲੀ ਰਹਿੰਦੇ ਸਾਂ ਤੇ ਉੱਥੇ ਮੇਰੇ ਪਾਪਾ ਦਾ ਐਕਸੀਡੈਂਟ ਹੋਣ ਕਾਰਨ ਉਹ ਥਾਂ ਵਿਕ ਗਿਆ ਸੀ। ਤੁਹਾਡੇ ਫਾਦਰ ਸਾਹਿਬ ਦਾ ਐਕਸੀਡੈਂਟ ਕਿਵੇਂ ਹੋਇਆ? ਮੋਟਰਸਾਈਕਲ ਦੇ ਵਿੱਚ ਕਾਰ ਵੱਜੀ, ਜਿਸ ਤਰ੍ਹਾਂ ਅੱਗੋਂ ਆਉਂਦੀ ਹੋਵੇ ਤੇ ਮੋਟਰਸਾਈਕਲ ਦੇ ਵਿੱਚ ਆਣ ਕੇ ਵੱਜ ਜਾਵੇ ਤੇ ਉਸ ਦੀ ਉਹ ਲੱਤ ਨੀਚੇ ਆ ਗਈ ਤੇ ਉਹ ਟੁੱਟ ਗਈ। ਤੇ ਉਸ ਤੋਂ ਬਾਅਦ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਾ ਜਦੋਂ ਤੁਹਾਡੇ ਫਾਦਰ ਸਾਹਿਬ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ? ਮੇਰੇ ਮੰਮਾ ਘਰ ਲੋਕਾਂ ਦਾ ਗੋਹਾ ਕੂੜਾ ਸੁੱਟ ਕੇ ਫਿਰ ਸਾਨੂੰ ਕਮਾ ਕੇ ਲਿਆ ਕੇ ਦਿੰਦੇ, ਆਪ ਨਹੀਂ ਹੀ ਖਾਂਦੇ, ਸਾਨੂੰ ਜ਼ਰੂਰ ਖਵਾਉਂਦੇ ਹੁੰਦੇ ਸੀ। ਤੇ ਹੁਣ ਤੁਸੀਂ ਨਾਨਕੇ ਪਿੰਡ ਰਹਿ ਰਹੇ ਹੋ ਤੇ ਤੁਹਾਨੂੰ ਨਾਨਕੇ ਪਿੰਡ ਦੇ ਵਿੱਚ ਕਿਰਾਏ ਤੇ ਥਾਂ ਲੈ ਕੇ ਰਿਹਾ, ਤੁਹਾਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਕਿ ਨਾਨਕੇ ਪਰਿਵਾਰ ਸਰਪੰਚ ਵੱਲੋਂ ਜਾਂ ਤੁਹਾਡੇ ਨਾਨਕੇ ਪਰਿਵਾਰ ਵੱਲੋਂ ਜਾਂ ਕਿਸੇ ਹੋਰ ਰਿਸ਼ਤੇਦਾਰ ਵੱਲੋਂ? ਨਹੀਂ, ਸਾਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ, ਨਾ ਕੋਈ ਸਰਪੰਚ, ਨਾ ਕੋਈ ਆਂਢ ਗੁਆਂਢ, ਕੋਈ ਕਿਸੇ ਨੇ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ। ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਿ ਜਿਹੜਾ ਤੁਹਾਡੀ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਵੇ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ 3 ਜਾਂ 4 ਮਰਲੇ ਥਾਂ ਦਿੱਤਾ ਜਾਵੇ ਤੇ ਜਾਂ ਉਸ ਵਿੱਚ ਕੋਠਾ ਪਾ ਕੇ ਦਿੱਤਾ ਜਾਵੇ ਜਿਸ ਵਿੱਚ ਅਸੀਂ ਖੁਸ਼ੀ ਰਹੀਏ। ਠੀਕ ਹੈ ਜੀ, ਆਪਾਂ ਗੱਲਬਾਤ ਕੀਤੀ ਆ ਜਸਵਿੰਦਰ ਕੌਰ ਜੀ, ਜਿਹੜੇ ਕਿ ਜਿਨ੍ਹਾਂ ਦੀ ਹੱਥ ਦੀ ਸੱਜੀ ਕਲਾ ਦੇ ਨਾਲ ਉਹਨਾਂ ਨੇ 2 ਮੰਜ਼ਲੀ ਘਰ ਤਿਆਰ ਕੀਤਾ, ਪਰ ਵਾਹਿਗੁਰੂ ਦੀ ਐਸੀ ਬਦਕਿਸਮਤੀ ਆ ਕਿ ਪਰਿਵਾਰ ਕੋਲ ਆਪ ਦਾ ਛੱਤ ਲਗਾਉਣ ਨੂੰ ਜਿਹੜਾ ਥਾਂ ਨਹੀਂ ਹੈਗਾ। ਨੇ ਜਸਵਿੰਦਰ ਕੌਰ ਦੇ ਪਿਤਾ ਜੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਾਰਨ ਬਣੇ ਜਿਹੜਾ ਆਪਣਾ ਥਾਂ ਵੇਚ ਕੇ, ਜੱਦੀ ਥਾਂ ਵੇਚ ਕੇ ਉਹਨਾਂ ਨੂੰ ਇੱਥੇ ਨਾਨਕੇ ਢੇਰੀ ਆਉਣਾ ਪਿਆ, ਤੇ ਘਰ ਦੇ ਹਾਲਾਤ ਕਿਵੇਂ ਸੀ ਤੇ ਹੁਣ ਉਹਨਾਂ ਦੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ। ਭਾਜੀ ਤੁਹਾਡਾ ਹਮਦਰਦ ਟੀਵੀ ਤੇ ਸਵਾਗਤ ਹੈ ਜੀ। ਭਾਜੀ, ਜਿਹੜਾ ਤੁਸੀਂ ਘਰ ਵੇਚਿਆ ਸੀ ਉੱਥੋਂ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਘਰ ਵੇਚ ਕੇ ਜਿਹੜਾ ਇੱਥੇ ਆ ਕੇ ਨਾਨਕੇ ਢੇਰੀ ਰਹਿਣ ਲੱਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਨੂੰ ਪਹਿਲਾਂ ਹਮਦਰਦ ਟੀਵੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਏਡੀ ਦੂਰੋਂ ਚੱਲ ਕੇ ਸਾਡੇ ਗਰੀਬ ਦੀ ਇੱਕ ਜਿਹੜੀ ਆ ਸਟੋਰੀ ਜਿਹੜੀ ਆ ਪਾ ਕੇ ਤੇ ਦੱਸਣਗੇ। ਮੇਰਾ ਵੀ ਵੀਰ ਜੀ ਘਰ ਬਹੁਤ ਵਧੀਆ ਸੀਗਾ, ਸੁੱਖ ਦੀ ਰੋਟੀ ਮੈਂ ਖਾਂਦਾ ਸੀ, ਜਿੱਦਾਂ ਸੰਸਾਰ ਸੌਂਦਾ ਹੈ ਰੱਜ ਕੇ ਉੱਦਾਂ ਹੀ ਮੈਂ ਵੀ ਰੋਟੀ ਖਾਣੀ ਪਾ ਕੇ ਵਧੀਆ ਸੌਂਦਾ ਸੀਗਾ ਜੀ। ਉਹ ਕਲੈਣੀ ਰਾਤ 27 ਦਸੰਬਰ 2001 ਨੂੰ ਜਦੋਂ ਰਾਤ ਮੇਰਾ ਐਕਸੀਡੈਂਟ ਹੋਇਆ, ਉਸ ਟਾਈਮ ਮੈਨੂੰ ਖਤਮ ਹੋਇਆ ਸਮਝਿਆ ਸੀਗਾ, ਤੇ ਇੱਦਾਂ ਮੇਰੇ ਪਿੰਡ ਦੇ ਮਿੱਤਰਾਂ ਸੱਜਣਾਂ ਨੇ ਕਿਤੇ ਦੇਖ ਕੇ ਤੇ ਹਸਪੀਟਲ ਮੈਨੂੰ ਐਡਮਿਟ ਕਰਾਤਾ। ਐਡਮਿਟ ਕਰਾਇਆ, ਮੇਰਾ ਆਪਰੇਸ਼ਨ ਹੋਇਆ, ਪਲੇਟ ਪਾਈ ਤੇ ਪਲੇਟ ਜਿਹੜੀ ਇਨਫੈਕਸ਼ਨ ਕਰ ਗਈ। ਉਦੋਂ 35-40 ਹਜ਼ਾਰ ਰੁਪਇਆ ਲੱਗਾ ਸੀਗਾ ਉਦੋਂ। ਉਹ ਫਿਰ ਮੈਂ ਹੌਲੀ ਹੌਲੀ ਵਾਕਰ ਨਾਲ ਤੁਰ ਲੱਗਾ ਤੋ ਜਿਹੜੀ ਜ਼ਿਆਦਾ ਹੀ ਰੇਸ਼ਾ ਵਗਣ ਡਿਆ ਪਿਆ। ਉਸ ਤੋਂ ਬਾਅਦ ਫਿਰ ਡਾਕਟਰ ਨੂੰ ਚੈੱਕਅਪ ਕਰਾਇਆ ਤੇ ਕਹਿੰਦੇ ਕੈਂਸਰ ਹੋਣ ਦਾ ਡਰ ਆ, ਵੀ ਇਹ ਲੱਤ ਕੱਟਣੀ ਪੈਣੀ ਆ। ਫਿਰ ਹੋਰ ਦੁੱਖ ਜ਼ਿਆਦਾ ਹੋ ਗਿਆ। ਉਦੋਂ ਮਾਤਾ ਵੀ ਜਿਉਂਦੀ ਸੀ, ਡੈਡੀ ਦੀ ਪਹਿਲਾਂ ਡੈਥ ਹੋ ਗਈ ਸੀ 97 'ਚ। ਮਾਤਾ ਨੂੰ ਪਤਾ ਲੱਗਾ, ਮਾਤਾ ਵੀ ਚੱਲ ਵਸੀ।
ਹੋਰ ਮੇਰਾ ਦੁੱਖਾਂ ਦਾ ਜਿਹੜਾ ਪਹਾੜ ਹੈ ਉਹ ਜ਼ਿਆਦਾ ਹੀ ਟੁੱਟ ਗਿਆ। ਫਿਰ ਮੈਂ ਹੌਸਲਾ ਨਾ ਛੱਡਿਆ, ਫਿਰ ਮੈਨੂੰ ਆਪਣੀ ਜਗ੍ਹਾ ਜਿਹੜੀ ਉਹ ਵੇਚਣ ਦੇ ਮਨਜ਼ੂਰ ਹੋਣਾ ਪਿਆ। ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਕਿੰਨਾ ਕੁ ਖਰਚਾ ਆਊਗਾ। ਉਸ ਟਾਈਮ ਉਹਨਾਂ ਮੈਨੂੰ 1.5 ਲੱਖ ਰੁਪਈਆ ਕਹਿੰਦੇ ਵੀ ਖਰਚਾ ਆਉਣਾ ਨਹੀਂ, ਅਤੇ ਲੱਤ ਜਿਹੜੀ ਉਹ ਕੈਂਸਰ ਹੋਣ ਦੇ ਜਿਹੜੇ ਇਸ਼ੂ ਉਹ ਬਣ ਗਏ ਆ ਅਤੇ ਲੱਤ ਤੁਹਾਡੀ ਕੱਟਣੀ ਪੈਣੀ ਆ। ਫਿਰ ਮੈਨੂੰ ਸਰ ਜੀ ਉਸ ਟਾਈਮ 1.5 ਲੱਖ ਰੁਪਏ ਦੀ ਜਿਹੜੀ ਜਗ੍ਹਾ ਘਰ ਵਾਲੀ ਸਾਰੀ ਵੇਚ ਕੇ ਅਤੇ ਮੈਂ ਆਪਣਾ ਇਲਾਜ ਜਿਹੜਾ ਉਹ ਕਰਾਇਆ ਜੀ। ਮਤਲਬ ਤੁਹਾਡੀ ਪਰਿਵਾਰਕ ਮੈਂਬਰ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਤੁਹਾਡੀ ਬਾਂਹ ਨਹੀਂ ਫੜੀ ਕਿ ਤੁਹਾਡੇ ਕਿਹੜੇ ਹਾਲਾਤ ਆ ਅਤੇ ਅਸੀਂ ਤੁਹਾਡੀ ਮਦਦ ਕਰਦੇ ਹਾਂ, ਜਾਂ ਕਿਸੇ ਸਮਾਜ ਸੇਵੀ ਨੇ ਉਸ ਟਾਈਮ? ਸਮਾਜ ਸੇਵੀ ਨਾਲ ਤਾਂ ਅਸੀਂ ਕੋਈ ਪਹੁੰਚ ਨਹੀਂ ਉਸ ਸਮੇਂ ਕੀਤੀ ਜੀ। ਅਤੇ ਜਿਹੜੇ ਰਿਸ਼ਤੇਦਾਰ ਹੀ ਭੈਣ ਭਰਾ ਸੀ ਆਉਂਦੇ ਸੀਗੇ, ਪਤਾ ਲੈ ਕੇ ਚਲੇ ਜਾਂਦੇ ਸੀਗੇ। ਕੋਈ 100 ਦੇ ਗਿਆ, ਕੋਈ 50 ਦੇ ਗਿਆ, ਉਹ 'ਚੋਂ ਬੱਚੇ ਵੀ ਕੋਈ ਖਰਚਾ। ਮੇਰੀ ਦਵਾਈ ਵੀ ਨਹੀਂ ਸੀ ਉਸ ਟਾਈਮ ਆਉਂਦੀ ਹੁੰਦੀ, ਬੜਾ ਮੁਸ਼ਕਿਲ ਸੀਗਾ ਜੀ ਉਹ ਦਿਨ ਜਿਹੜੇ ਮੈਂ ਕੱਟੇ ਆ। ਫਿਰ ਉਸ ਤੋਂ ਬਾਅਦ ਮੈਂ ਆਪਣੀ ਘਰ ਵਾਲੀ ਦਾ ਬਹੁਤ ਧੰਨਵਾਦ ਹੈ, ਇਹਨਾਂ ਮੇਰਾ ਸਾਥ ਨਹੀਂ ਛੱਡਿਆ। 3 ਸਾਲ ਜਿਹੜਾ ਮੈਂ ਉਸ ਟਾਈਮ ਮੰਜੇ 'ਤੇ ਜਿਹੜਾ ਪਿਆ ਰਿਹਾ ਜੀ। ਉਸ ਟਾਈਮ 3 ਸਾਲ ਜਦੋਂ ਤੁਸੀਂ ਮੰਜੇ 'ਤੇ ਰਹੇ ਤੇ ਉਸ ਟਾਈਮ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ? ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਚੱਲਦਾ ਸੀ? ਉਦੋਂ ਜੀ ਸਾਡੀ ਇਹ ਗੁੜੀਆ ਸੀਗੀ ਇੱਕ ਇਹੀ ਜੀ, ਉਦੋਂ ਇਹਦਾ ਜਨਮ ਹੋਇਆ ਸੀਗਾ ਅਤੇ ਮੇਰੀ ਘਰ ਵਾਲੀ ਨੇ ਘੱਟ ਤੋਂ ਘੱਟ ਜ਼ਿਆਦਾ ਨਹੀਂ ਤੇ 7 ਘਰਾਂ ਦਾ ਕੰਮ ਕੀਤਾ ਸੀ ਲੀਰ ਬੋਕਰ ਦਾ। ਕਿਸੇ ਘਰੋਂ 300 ਰੁਪਇਆ ਮਹੀਨੇ ਦਾ ਲੈਂਦੀ, ਕਿਸੇ ਘਰੋਂ 200 ਰੁਪਇਆ ਲੈਂਦੀ ਉਸ ਸਮੇਂ ਜੀ। ਉਹਦੇ ਵਿੱਚੋਂ ਹੀ ਫਿਰ ਮੇਰੀ ਕੋਈ ਦਵਾਈ ਆਉਂਦੀ ਸੀ, ਉਹਦੇ ਵਿੱਚੋਂ ਹੀ ਸਾਡਾ ਕੋਈ ਖਰਚਾ ਪਾਣੀ ਜਿਹੜਾ ਉਹ ਨਿਕਲਦਾ ਸੀਗਾ। ਕੋਈ ਰੋਟੀ ਵਧੀਆ ਨਹੀਂ ਸੀ ਅਸੀਂ ਖਾਂਦੇ ਜੀ। ਉਹ ਕਈ ਵੇਲੇ ਸਾਨੂੰ ਚਾਹ ਦੇ ਨਾਲ ਡਬਲ ਰੋਟੀਆਂ ਵੀ ਖਾ ਕੇ ਤੇ ਆਪਣਾ ਜਿਹੜਾ ਸੀ ਉਹ ਢਿੱਡ ਭਰਨਾ ਪੈਂਦਾ ਸੀਗਾ ਜੀ। ਮਤਲਬ ਲੱਤ ਦਾ ਐਕਸੀਡੈਂਟ ਹੋਣ ਤੋਂ ਬਾਅਦ ਤੁਹਾਡਾ ਇੱਕ ਆਪਰੇਸ਼ਨ ਵੀ ਹੋਇਆ, ਉਹ ਕਾਹਦਾ ਹੋਇਆ ਸੀ ਤੇ ਉਹ ਕੀ ਕਾਰਨ ਬਣਿਆ ਜੀ? ਉਸ ਤੋਂ ਬਾਅਦ ਸਰ ਹੌਲੀ ਹੌਲੀ ਮੈਂ ਚੱਲਣ ਦਿਆ ਪਿਆ, ਆਪਣਾ ਹਲਕਾ ਫੁਲਕਾ ਕਰਨ ਦਿਆ ਪਿਆ। ਫਿਰ ਮੇਰੇ ਪੱਥਰੀਆਂ ਆ ਗਈਆਂ ਜੀ, ਦਰਦ ਬਹੁਤ ਹੁੰਦੀ ਸੀ, ਕੰਮ ਨਹੀਂ ਸੀ ਹੁੰਦਾ। ਫਿਰ ਅਲਟਰਾਸਾਊਂਡ ਕਰਾਇਆ ਅਤੇ ਫਿਰ ਜੀ ਮੇਰਾ ਆਪਰੇਸ਼ਨ ਹੋਣ, ਡਾਕਟਰ ਸਾਹਿਬ ਕਹਿੰਦੇ ਆਪਰੇਸ਼ਨ ਕਰਨਾ ਪੈਣਾ ਵਾ। ਤੋ ਆਵੇ ਉਸ ਟਾਈਮ ਮੇਰੇ 13 ਟਾਂਕੇ ਲੱਗੇ ਆ। ਉਦੋਂ ਆਪਰੇਸ਼ਨ ਵੀ ਮੈਨੂੰ ਜਿਹੜਾ ਸੀ ਉਦੋਂ ਕਰਾਉਣਾ ਪਿਆ। ਇਹ ਵੀ ਮੇਰੇ ਪਿੰਡ ਵਾਲਿਆਂ ਨੇ ਗਰਾਈ ਗਰੂਈ ਕਰਕੇ ਅਤੇ ਫਿਰ ਉਸ ਟਾਈਮ ਮੇਰਾ ਇਹਨਾਂ ਆਪਰੇਸ਼ਨ ਕਰਾਇਆ ਸੀਗਾ। ਅਤੇ ਇੱਕ ਲੱਤ ਆ, ਅਤੇ ਇਹ ਤੋਂ ਵੀ ਮੇਰਾ ਜ਼ਿਆਦਾ ਭਾਰਾ ਕੰਮ ਨਹੀਂ ਹੁੰਦਿਆ ਜੀ। ਤੇ ਜਿਹੜਾ ਹੁਣ ਘਰ ਦਾ ਗੁਜ਼ਾਰਾ ਉਹ ਕਿਵੇਂ ਚੱਲ ਰਿਹਾ? ਹੁਣ ਵੀ ਸਰ ਜੀ ਘਰ ਵਾਲੀ ਆ ਕੰਮ ਕਰਦੀ ਆ। ਇਹਨੇ ਹੁਣ ਫੇਰ 7-8 ਘਰਾਂ ਦਾ ਕੰਮ ਕੀਤਾ। ਕੁਝ ਗੋਹਾ ਵੀ ਸੁੱਟਦੀ 4-5 ਘਰਾਂ ਦਾ, ਕੁਝ ਲੀਰ ਬੋਕਰ ਦਾ ਬੇਟੀਆਂ ਮੇਰੀਆਂ ਜਾਂਦੀਆਂ ਨੇ ਅਤੇ 1200-1300 ਕਦੀ 1800 ਕੁ ਮਹੀਨੇ ਦਾ ਬਣਦਾ। ਉਹ 'ਚੋਂ ਥੋੜ੍ਹਾ ਥੋੜ੍ਹਾ ਖਰਚਾ ਕਰਕੇ ਅਸੀਂ ਆਪਣਾ ਕੋਈ ਵਧੀਆ ਜ਼ਿੰਦਗੀ ਜਿਹੜੀ ਉਹ ਨਹੀਂ ਗੁਜ਼ਰਨ ਦੇ। ਮਤਲਬ 2001 ਦੇ ਵਿੱਚ ਤੁਹਾਡਾ ਐਕਸੀਡੈਂਟ ਹੋਇਆ, ਤੁਸੀਂ 3-4 ਮਹੀਨੇ ਮੰਜੇ 'ਤੇ ਰਹੇ। ਉਸ ਤੋਂ ਬਾਅਦ ਫਿਰ ਤੁਹਾਡਾ ਘਰ ਦਾ ਤੁਸੀਂ ਉੱਥੋਂ ਦਾ ਥਾਂ ਵੇਚਤਾ। ਉਸ ਤੋਂ ਬਾਅਦ ਤੁਹਾਡੀ ਰਿਹਾਇਸ਼ ਕਿੱਥੇ ਰਹੀ? ਉਸ ਤੋਂ ਬਾਅਦ ਜੀ ਅਸੀਂ ਫਿਰ ਮਾੜੀ ਗੌੜ ਸਿੰਘ ਚਲੇ ਗਏ ਜੀ, ਭਿੱਖੀਵਿੰਡ ਤੋਂ 6 ਕਿਲੋਮੀਟਰ ਹੈ। ਉੱਥੇ ਮੇਰੀ ਸਾਲੀ ਸੰਧੂ ਰਹਿੰਦਾ ਜੀ, ਉਹਨਾਂ ਦੇ ਘਰੇ ਰਹੇ 2 ਕੁ ਸਾਲ ਹੀ ਉੱਥੇ ਰਹੇ। ਅਤੇ ਉੱਥੇ ਵੀ ਜਿਹੜੀ ਸਾਡੀ ਤਨਮੇਨ ਜਿਹੜੀ ਉਹ ਨਹੀਂ ਬਣੀ ਜੀ, ਜਿਦਰੀਸ ਹੁੰਦਾ ਵੀ। ਉੱਥੋਂ ਚੱਕਿਆ ਸਮਾਨ ਅਸੀਂ ਅਤੇ ਫਿਰ ਝਬਾਲ ਦੇ ਨੇੜੇ ਗੰਡੀਵਿੰਡ ਪਿੰਡ ਉੱਥੇ ਚਲੇ ਗਏ ਜੀ। ਉੱਥੇ ਫਿਰ ਮੈਂ ਆਪਣਾ ਹੀ ਇੱਦਾਂ ਥੋੜ੍ਹਾ ਬਹੁਤਾ ਖਰਚਾ ਚੱਲਦਾ ਰਿਹਾ, ਦਿਹਾੜੀ ਤੋਂ ਹਲਕਾ ਫੁਲਕਾ। ਉੱਥੇ ਵੀ ਇਹਨੇ ਵਿਚਾਰੀ ਨੇ ਇਹੋ ਕੰਮ ਕਰਦੀ ਰਹੀ। ਅਤੇ ਉਹ NRI ਸੀ, ਉਹਨਾਂ ਸਾਨੂੰ 2 ਕੁ ਸਾਲ ਰੱਖਿਆ ਉੱਥੇ। ਉਹ ਵੀ ਕਹਿੰਦੇ ਵੀ ਤੁਸੀਂ ਆਪਣਾ ਜਿਹੜਾ ਹੋਰ ਥਾਂ ਦੇਖੋ, ਕਿਤੇ ਸਾਡਾ ਕਬਜ਼ਾ ਨਾ ਕਰ ਲੈਣ। ਉੱਥੋਂ ਫਿਰ ਅਸੀਂ ਇੱਥੇ ਡੱਲ ਆ ਗਏ ਜੀ। ਮਤਲਬ ਉੱਥੇ ਕਬਜ਼ਾ ਕਰਨ ਦੀ ਕੀ ਘਟਨਾ ਸੀ ਜਿਹੜਾ ਤੁਸੀਂ ਕਬਜ਼ਾ ਕਰ ਲੈਂਦੇ ਉਸ ਥਾਂ? ਉਹਨਾਂ ਨੂੰ ਇਹ ਵੀ ਅਸੀਂ NRI ਬੰਦੇ ਆ, ਉਹ ਚਲੇ ਗਏ ਸੀਗੇ ਉੱਥੇ, ਆਸਟ੍ਰੇਲੀਆ ਰਹਿੰਦੇ ਸੀਗੇ। ਅਤੇ ਉਹ ਇਹ ਬਦਲ ਦਿੰਦੇ ਸੀ, ਕਦੀ ਕੋਈ 6 ਕੁ ਮਹੀਨੇ ਕੋਈ ਰਹਿੰਦਾ ਸੀ ਪਰਿਵਾਰ, ਕੋਈ 7 ਕੁ ਮਹੀਨੇ ਕਿਸੇ ਨੂੰ ਇੱਦਾਂ ਲੱਭ ਕੇ ਤੇ ਰੱਖ ਲੈਂਦੇ, ਅਤੇ ਜਦੋਂ ਆ ਜਾਂਦੇ ਫਿਰ ਬਦਲ ਜਾਂਦੇ ਸੀ ਉਹ। ਉਸ ਤੋਂ ਬਾਅਦ ਜਿਹੜਾ ਤੁਸੀਂ ਨਾਨਕੇ ਇਹਨਾਂ ਬੱਚਿਆਂ ਦੇ ਨਾਨਕੇ ਢੇਰੀ, ਇਹ ਕਦੋਂ ਆਏ? ਇੱਥੇ ਸਾਨੂੰ ਹੁਣ 4 ਸਾਲ ਹੋ ਗਏ ਇੱਥੇ ਆਇਆਂ ਨੂੰ ਜੀ, ਪਿੰਡ ਡੱਲ ਦੇ ਵਿੱਚ। ਇੱਥੇ ਪਹਿਲਾਂ ਆਪਣੇ ਸਹੁਰਿਆਂ ਦੇ ਘਰ ਰਹਿੰਦਾ ਸੀ, ਉਹ ਵੀ ਕਮਰਾ ਇੱਕ ਸੀਗਾ, ਅਤੇ ਉਹ ਵੀ ਸਾਲਾ ਮੇਰਾ ਵਿਆਹ ਪਰਿਵਾਰ ਵਾਲਾ ਸੀਗਾ। ਉੱਥੇ ਵੀ 2 ਸਾਲ 2.5 ਸਾਲ ਮੈਂ ਕੱਟੇ ਆ। ਉੱਥੇ ਫਿਰ ਥੋੜ੍ਹੀ ਪਰਿਵਾਰ ਤੌਰ 'ਤੇ ਬੱਚਿਆਂ ਤੋਂ ਥੋੜ੍ਹੀ ਜਿੱਦ ਹੁੰਦੇ ਵੀ ਜਿੱਦ ਰੀਸ ਜੀ, ਅਤੇ ਲੜਾਈ ਝਗੜਾ ਬਾਹਲਾ ਰਹਿੰਦਾ ਸੀ। ਫਿਰ ਅਸੀਂ ਇਹ ਘਰ ਜਿਹੜਾ ਵਾ ਉਹ ਕਿਰਾਏ 'ਤੇ ਸਾਨੂੰ ਜਿਹੜਾ ਮਿਲ ਗਿਆ ਜੀ, 800 ਰੁਪਈਆ ਜਿਹੜਾ ਅਸੀਂ ਕਿਰਾਇਆ ਦਿੰਦੇ ਹਾਂ ਜੀ। ਅਤੇ ਜਿਹੜਾ ਇੱਥੋਂ ਤੱਕ ਇਹ ਵੀ ਪਤਾ ਲੱਗਾ ਵਾ ਕਿ ਤੁਹਾਡੀ ਵਾਈਫ ਦਾ, ਤੁਹਾਡੀ ਪਤਨੀ ਦਾ ਵੀ ਕੋਈ ਆਪਰੇਸ਼ਨ ਹੋਇਆ? ਇਹਨਾਂ ਦਾ ਗਲੇ ਦਾ ਆਪਰੇਸ਼ਨ ਹੋਇਆ ਵਾ, ਅਤੇ ਬਾਕੀ ਪੇਟ ਦਾ ਆਪਰੇਸ਼ਨ ਹੋਣ ਵਾਲਾ। ਇਹਨਾਂ ਦੇ ਨਾ ਰਸੌਲੀਆਂ ਨੇ ਬੱਚੇਦਾਨੀ 'ਚ, ਇਹ ਵੀ ਪੀੜ ਨਾਲ ਮਰਦੀ ਰਹਿੰਦੀ ਆ, ਅਤੇ ਆਪਰੇਸ਼ਨ ਦੀ ਵੀ ਸਾਨੂੰ ਇਹ ਪ੍ਰੋਬਲਮ ਹੈ ਜ਼ਿਆਦਾ। ਦੋਵੇਂ ਦੁੱਖਾਂ ਦੇ ਮਾਰੇ ਆਏ ਜੀ। ਇੱਦਾਂ ਦੇ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਹੋ ਅਤੇ ਫਿਰ ਵੀ ਤੁਸੀਂ ਮਿਹਨਤ ਮਜ਼ਦੂਰੀ ਕਰ ਰਹੇ ਹੋ। ਮਿਹਨਤ ਜੀ ਵੇਖੋ ਜੀ, ਹੁਣ ਤੇ ਲਾਕਡਾਊਨ ਚੱਲਿਆ, ਜੋ ਲੱਗਾ ਫਰਵਰੀ ਦੇ ਮਹੀਨੇ ਦਾ, ਮਾਰਚ ਤੋਂ, ਤੇ ਬੜੇ ਮੁਸੀਬਤਾਂ ਦੇ ਵਿੱਚ ਦਿਨ ਕੱਟੇ ਆ ਜੀ। ਹੁਣ ਬੱਚੇ ਵੀ ਵਿੱਚ ਪੜਾਉਣੇ ਪੈਂਦੇ, ਉਹਨਾਂ ਦਾ ਵੀ ਖਰਚਾ ਕੱਢਣਾ ਪੈਂਦਾ, ਤੇ ਇੰਨੀ ਆਮਦਨ ਹੈ ਨਹੀਂ ਗਈ। ਉਹੀ ਕਦੀ ਇਹਦੇ ਨਾਲ ਮੈਂ ਗੋਹਾ ਮੈਂ ਚੁਕਾਉਣਾ ਪੈਂਦਾ, ਕਦੀ ਯਾਰ ਇਹਨੂੰ ਦਿਹਾੜੀ ਗੱਲ ਜੇ ਮਿਲ ਗਈ ਤੇ ਠੀਕ ਆ, ਨਹੀਂ ਤਾਂ ਇੱਦਾਂ ਹੀ ਫਿਰ ਜੀ 4 ਚੂਰ ਨਾਲ ਰੋਟੀ ਖਾ ਕੇ ਤੇ ਆਪਣਾ ਜਿਹੜਾ ਟਾਈਮ ਪਾਸ ਕਰ ਲਈਦਾ। ਕਈ ਵਾਰ ਬੱਚੇ ਵੀ ਜਿਹੜੀਆਂ ਕਾਪੀਆਂ ਤੋਂ ਵੀ ਰੋਂਦੇ ਰਹਿੰਦੇ ਆ ਵੀ ਪੈਨ ਵੀ, ਤੇ 10 ਰੁਪਈਏ ਵਾਸਤੇ ਵੀ ਨਹੀਂ ਹੁੰਦੇ ਸਾਡੇ ਕੋਲ। ਕਈ ਵਾਰ ਪੈਨ ਆਪਣੀਆਂ ਸਹੇਲੀਆਂ ਤੋਂ ਲੈ ਕੇ ਜਾਂ ਮੁੰਡਿਆਂ ਤੋਂ ਲੈ ਕੇ ਆਪਣਾ ਪੈਨ ਕਾਪੀ ਲੈ ਕੇ ਤੇ ਫਿਰ ਆਪਣਾ ਜਿਹੜਾ ਸਕੂਲ ਦਾ ਹਿਸਾਬ ਜਿਹੜਾ ਮਿਲਦਾ ਇਹਨਾਂ ਨੂੰ ਕੰਮ ਉਹ ਕਰਦੇ ਆ ਜੀ। ਤੁਹਾਡੀ ਬੱਚੇ ਇੰਨੇ ਵਧੀਆ ਪੜ੍ਹਨ ਦੇ ਵਿੱਚ ਹੁਸ਼ਿਆਰ ਨੇ, 4 ਬੱਚੇ ਨੇ। ਸਕੂਲ ਵੱਲੋਂ ਜਾਂ ਸਰਕਾਰ ਵੱਲੋਂ ਸਹੂਲਤ ਹੁੰਦੀ ਹੈ ਕਿ ਜਿਸ ਪਰਿਵਾਰ ਦੇ 3 ਤੋਂ ਵੱਧ ਬੱਚੇ ਪੜ੍ਹਦੇ ਨੇ, ਇੱਕ ਬੱਚੇ ਦੀ ਫੀਸ ਮਾਫ ਹੁੰਦੀ ਆ, ਤੇ ਜਿਹੜਾ ਬੱਚਾ ਜ਼ਿਆਦਾ ਪੜ੍ਹਦਾ ਹੋਵੇ ਉਹਦੀ ਤਾਂ ਉੱਦਾਂ ਹੀ ਮਾਫ ਹੁੰਦੀ। ਅਜੇ ਤੀਕ ਸਰ ਜੀ ਸਾਡੇ ਬੱਚੇ ਪੜ੍ਹਨ 'ਚ ਤੇ ਹੁਸ਼ਿਆਰ ਨੇ, ਪਰ ਅਜੇ ਤੀਕ ਨਾ ਤਾਂ ਇਹਨਾਂ ਦੀ ਕੋਈ ਸਕੂਲ ਵੱਲੋਂ
ਫੀਸ ਮਾਫ ਕੀਤੀ ਗਈ ਆ, ਨਾ ਕੋਈ ਇਹਨਾਂ ਨੂੰ ਕੋਈ ਦਾਖ, ਸਭ ਕੁਝ ਹੀ ਜਿਹੜਾ ਉਹ ਜਿੱਦਾਂ ਰੈਗੂਲਰ ਚੱਲਦਾ ਉਦਾਂ ਹੀ ਸਾਰੇ ਖਰਚੇ ਦੇਣਦੇ ਆ ਜੀ। ਚਾਹੇ ਮੈਂ ਲੇਟ ਦਵਾਂ ਤੇ ਪਹੁੰਚਦਾ ਜ਼ਰੂਰ ਹੈ ਜੀ, ਔਖੇ ਸੌਖੇ ਹੋ ਕੇ ਦੇਈਦੇ। ਸਰਕਾਰ ਵੱਲੋਂ ਵਜ਼ੀਫੇ ਵਗੈਰਾ ਦਿੱਤੇ ਜਾਂਦੇ ਬੱਚਿਆਂ ਨੂੰ, ਤੁਹਾਡੇ ਪਰਿਵਾਰ ਨੂੰ ਜਿਹੜਾ ਮਿਲਿਆ ਇਦਾਂ ਦਾ ਬੱਚਿਆਂ ਨੂੰ ਕੋਈ? ਨਹੀਂ ਜੀ, ਕੋਈ ਨਹੀਂ ਵਜ਼ੀਫਾ ਅਜੇ ਤੱਕ ਮਿਲਿਆ। ਅਕਾਊਂਟ ਨੰਬਰ ਮੰਗਾ ਲੈਂਦੇ ਨੇ, ਸੈਂਸ ਨੂੰ ਹੀ ਕਰ ਆਉਣੇ ਆ, ਜਿੱਥੇ ਕਹਿਣਗੇ ਬੱਚੇ ਵੀ ਕਰ ਦਿੰਦੇ, ਪਰ ਸਾਨੂੰ ਕੋਈ ਵਜ਼ੀਫਾ ਵਗੈਰਾ ਨਹੀਂ ਕੋਈ ਅਜੇ ਤੱਕ ਮਿਲਿਆ ਜੀ। ਕਣਕ ਜਿਹੜੀ ਆ 2-2 3-3 ਕਿਲੋ ਉਹ 2 ਵਾਰੀ ਮਿਲ ਗਈ ਆ ਜੀ। ਉਹ ਕਿਸ ਆਧਾਰ ਤੇ ਮਿਲੀ ਤੁਹਾਨੂੰ? ਉਹ ਸਕੂਲ ਵੱਲੋਂ ਮਿਲੀ ਆ ਜੀ, ਇੱਕ ਬੱਚੇ ਨੂੰ 3 ਕਿਲੋ ਕਣਕ। ਤੇ ਜਿਵੇਂ ਪਿੰਡ ਦੇ ਵਿੱਚ ਹੀ ਬਣੇ ਹੁੰਦੇ ਨੀਲੇ ਕਾਰਡ ਵਗੈਰਾ ਜਾਂ ਕੋਈ ਇਦਾਂ ਦੀਆਂ ਸਰਕਾਰੀ ਸਹੂਲਤਾਂ ਮਿਲਦੀਆਂ, ਇਦਾਂ ਦੀਆਂ ਮਿਲਦੀਆਂ ਤੁਹਾਨੂੰ? ਨਹੀਂ ਸਰ, ਕੋਈ ਨਹੀਂ ਸਾਨੂੰ ਇਹੋ ਜਿਹੀ ਸਕੂਲ ਮਿਲਦੀ ਜੀ ਅਜੇ ਤੱਕ। ਤੁਹਾਡੇ ਸਰਪੰਚ ਵੱਲੋਂ ਜਾਂ ਮੈਂਬਰ ਵੱਲੋਂ ਇਦਾਂ ਦੇ ਨੀਲੇ ਕਾਰਡ ਵੀ ਨੇ ਇਸ਼ੂ ਕੀਤੇ ਗਏ ਤੁਹਾਨੂੰ? ਉਹਨਾਂ ਨੂੰ ਕਿਹਾ ਸੀ, ਉਹ ਕਹਿੰਦੇ ਜੀ ਹੁਣ ਬਣਾਵਾਂਗੇ, ਅਗਲੇ ਮਹੀਨੇ ਬਣਾਵਾਂਗੇ, ਅਗਲੇ ਮਹੀਨੇ ਬਣਾਵਾਂਗੇ, ਇਦਾਂ ਕਰਕੇ ਜੀ ਟਾਈਮ ਟਪਾਈ ਗਏ ਤੇ ਬਣਾਇਆ ਨਹੀਂ ਕਿਸੇ ਨੇ ਜੀ। ਤੇ ਜਿਵੇਂ ਪਿੰਡ ਵਾਸੀ ਹੁੰਦੇ ਜਾਂ ਵਸਨੀਕ ਹੁੰਦੇ ਆ, ਤੁਸੀਂ 4 ਸਾਲ ਇੱਥੇ ਰਹਿੰਦੇ ਹੋਗੇ, ਤੁਹਾਡਾ ਆਧਾਰ ਕਾਰਡ ਵੋਟਰ ਕਾਰਡ ਕਿੱਥੋਂ ਦਾ ਬਣਿਆ ਹੋਇਆ? ਵੋਟਰ ਕਾਰਡ ਤੇ ਆਧਾਰ ਕਾਰਡ ਇੱਥੋਂ ਦੇ ਬਣੇ ਸਾਡੇ ਜੀ। ਤੇ ਫਿਰ ਤਾਂ ਜਿਵੇਂ ਸਰਕਾਰੀ ਸਹੂਲਤਾਂ ਹੁੰਦੇ, ਸਰਕਾਰੀ ਮਕਾਨ ਬਣਦੇ ਆ ਜਾਂ ਕੋਈ ਇਦਾਂ ਦੀ ਸਹੂਲਤ, ਉਹ ਵੀ ਨਹੀਂ ਤੁਹਾਨੂੰ ਅਜੇ ਤੱਕ ਦਿੱਤੀ ਗਈ? ਉਹ ਮਕਾਨ ਘਰ ਵਾਸਤੇ ਪੁੱਛਿਆ ਸੀ, ਉਹ ਕਹਿੰਦੇ ਵੀ ਨਵੀਂ ਲਿਸਟ ਬਣਾਵਾਂਗੇ ਤੇ ਫਿਰ ਤੁਹਾਡੇ ਨਾਂ ਪਾਵਾਂਗੇ। ਪੁਰਾਣੀਆਂ ਲਿਸਟਾਂ ਜੀਆਂ ਜਿਹੜੀਆਂ ਘਰ ਜਿਹੜੇ ਬਣਦੇ ਆ ਗਵਰਨਮੈਂਟ ਵੱਲੋਂ। ਕੀ ਤੁਹਾਨੂੰ ਕੀ ਲੱਗਦਾ, ਕੀ ਸਿਸਟਮ ਸਾਰਾ ਪ੍ਰੋਗਰੈਸ ਕੀ ਚੱਲ ਰਿਹਾ? ਇਹ ਪ੍ਰੋਗਰਾਮ ਕੀ ਪਤਾ ਜੀ, ਰਾਜਨੀਤੀ ਜ਼ਿਆਦਾ ਕਰਦੇ ਆ। ਜੇ ਨਾ ਕਿਸੇ ਨੇ ਸਾਨੂੰ ਕੋਈ ਵੋਟ ਪਾਉ ਫਿਰ ਉਹਦਾ ਕੰਮ ਕਰਾਂਗੇ, ਵੋਟਾਂ ਦਾ ਰਾਜ ਵੀ ਵਿੱਚ ਚਲਾ ਲੈਂਦੇ ਆ ਜੀ। ਇਹ ਵੋਟਾਂ ਤੋਂ ਉੱਪਰ ਉੱਠ ਕੇ ਜਿਹੜਾ ਵਾ ਇਹ ਮਸਲਾ ਹੱਲ ਕਰਨਾ ਚਾਹੀਦਾ ਵਾ ਪਿੰਡ ਦੇ ਮੋਹਤਬਾਰਾਂ ਨੂੰ ਜਾਂ ਜਿਹੜੇ ਉੱਤੇ ਉੱਚ ਅਧਿਕਾਰੀ ਨੇ, ਵੀ ਇਹ ਵੋਟਾਂ ਦਾ ਚੱਕਰ 'ਚ ਨਹੀਂ ਪੈਣਾ ਚਾਹੀਦਾ। ਜਿਹੜਾ ਇਹੋ ਜਿਹਾ ਵਾ ਕੋਈ ਗਰੀਬ ਉਹਨੂੰ ਪਹਿਲੇ ਆਧਾਰ ਤੇ ਜਿਹੜੀ ਸਕੀਮ ਮਿਲਣੀ ਚਾਹੀਦੀ ਆ, ਪਰ ਇੱਥੇ ਨਹੀਂ ਸਾਨੂੰ ਮਿਲਦਾ ਹੀ ਕੋਈ। ਤੇ ਹੁਣ ਤੁਸੀਂ NRI ਵੀਰਾਂ ਤੋਂ ਜਾਂ ਕਿਸੇ ਸਮਾਜ ਸੇਵੀ ਸੰਸਥਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੇਰੀ ਇਹੋ ਹੀ ਮੰਗ ਹੈ, ਹੱਥ ਜੋੜ ਕੇ ਰਿਕਵੈਸਟ ਆ ਵੀ ਜਿਹੜੇ NRI ਵੀਰ ਕੋਈ ਸੰਸਥਾ ਵਾਲੇ ਆ ਕਿ ਸਾਨੂੰ ਜਿਹੜਾ ਕੋਈ 4-5 ਮਰਲੇ ਜਗ੍ਹਾ ਲੈ ਕੇ ਤੇ ਕਮਰਾ ਇੱਕ ਜਿਹੜਾ ਉਹ ਖੜਾ ਕਰਦੇ, ਤੇ ਇਹਦੇ ਵਿੱਚ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਆ। ਤੇ ਭਲਾ ਵੀ ਹੋ ਜਾਊਗਾ ਜੀ, ਇੱਕ ਉਹਨਾਂ ਦਾ, ਇੱਕ ਗਰੀਬ ਨੂੰ ਪੰਜਾਬ ਦੇ ਵਿੱਚ ਜਿਹੜਾ ਪਹਿਲਾ ਹੀ ਚਾਂਸ ਹੋਊ ਜਿਹਨੇ ਮੈਨੂੰ ਇਹ ਚੀਜ਼ ਬਣਾ ਕੇ ਦੇਣਗੇ ਜੀ। ਉਹ ਆਪਾਂ ਗੱਲਬਾਤ ਕੀਤੀ ਆ ਜਸਵਿੰਦਰ ਕੌਰ ਦੇ ਪਿਤਾ ਜੀ ਨਾਲ, ਤੇ ਸਾਡੇ ਨਾਲ ਉਹਨਾਂ ਦੇ ਮਾਤਾ ਵੀ ਮੌਜੂਦ ਨੇ ਜਿਨ੍ਹਾਂ ਨੇ ਉਹਨਾਂ ਦੇ ਪਤੀ ਦਾ ਜਿਹੜਾ ਕਿ 6 ਮਹੀਨੇ ਮੰਜੇ ਤੇ ਰਿਹਾ, ਕਿ ਉਹਨਾਂ ਨੇ ਇਦਾਂ ਦੇ ਹਾਲਾਤਾਂ ਦੇ ਵਿੱਚ ਪਹਿਲਾਂ ਉਹਨਾਂ ਦੀ ਲੱਤ ਟੁੱਟ ਗਈ, ਉਸ ਤੋਂ ਬਾਅਦ ਫਿਰ ਉਹਨਾਂ ਦਾ ਆਪਰੇਸ਼ਨ ਹੋਇਆ, ਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਗੁਜ਼ਰਿਆ ਤੇ ਫਿਰ ਵੀ ਉਹਨਾਂ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ। ਹੁਣ ਸਾਡੇ ਨਾਲ ਮੌਜੂਦ ਨੇ ਜਸਵਿੰਦਰ ਕੌਰ ਦੇ ਮਾਤਾ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਫਿਰ ਵੀ ਕਿਹੜੇ ਮੁਸੀਬਤਾਂ ਦੇ ਵਿੱਚ ਰਹੇ ਤੇ ਉਹਨਾਂ ਦੇ ਸਾਥ ਨਹੀਂ ਛੱਡਿਆ। ਤੇ ਇੱਕ ਉਹਨਾਂ ਦੀ ਜਿਹੜੀ ਧੀ ਆ ਜਿਹਨੇ ਹੱਥ ਦੀ ਕਲਾ ਦੇ ਨਾਲ ਸੁਚੱਜੇ ਢੰਗ ਦੇ ਨਾਲ 2 ਮੰਜ਼ਲੀ ਕੋਠੀ ਤਿਆਰ ਕੀਤੀ ਹੈ ਤੇ ਜਿਹੜੀ ਚਰਚਾ ਦਾ ਇਸ ਟਾਈਮ ਵਿਸ਼ਾ ਬਣੀ ਹੋਈ ਆ। ਤੇ ਆਪਾਂ ਗੱਲਬਾਤ ਕਰਦੇ ਹਾਂ ਜਿਵੇਂ ਤੁਹਾਡੀ ਜਸਵਿੰਦਰ ਕੌਰ ਧੀ ਆ, ਉਹਨੇ ਹੱਥਾਂ ਦੇ ਨਾਲ ਜਿਹੜੀ ਹੈ ਕਿ ਉਹਦੇ ਆਪ ਤਾਂ ਕੋਲ ਛੱਤ ਨਹੀਂ ਹੈਗੀ, ਤੇ ਫਿਰ ਵੀ ਉਹਨੇ ਜਿਹੜੀ 2 ਮੰਜ਼ਲੀ ਕੋਠੀ ਤਿਆਰ ਕੀਤੀ ਹੈ। ਹਾਂਜੀ, ਕਿ ਉਹ ਕਹਿੰਦੀ ਕਿ ਮੈਂ ਸਾਡਾ ਕਿ ਸੁਪਨਾ ਸਾਡਾ ਵੀ ਕਿਤੇ ਇਦਾਂ ਦਾ ਘਰ ਬਣ ਜੂ, ਸਾਡਾ ਮਹਾਰਾਜ ਬਣਾਉਂਗਾ, ਕਿਸ ਕਰਕੇ ਇਹਨੇ ਕੋਠੀ ਤਿਆਰ ਕੀਤੀ ਗਈ। ਤੇ ਜਿਵੇਂ ਤੁਹਾਡੇ ਪਤੀ ਵੀ ਪਹਿਲਾਂ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਿਆ, 7 ਮਹੀਨੇ ਪਹਿਲਾਂ ਮੰਜੇ ਤੇ ਰਹੇ, ਉਸ ਤੋਂ ਬਾਅਦ ਫਿਰ ਇਹਨਾਂ ਦਾ ਆਪਰੇਸ਼ਨ ਹੋਇਆ ਪੱਥਰੀ ਦਾ, ਉਸ ਤੋਂ ਬਾਅਦ ਫਿਰ ਬੈੱਡ ਤੇ ਰਹੇ, ਤੇ ਤੁਸੀਂ ਉਹਨਾਂ ਦਾ ਗੁਜ਼ਾਰਾ ਜਿਹੜਾ ਉਹ ਕਿਵੇਂ ਕਰਦੇ ਰਹੇ? ਹਾਂਜੀ, ਮਿਹਨਤ ਮਜ਼ਦੂਰੀ ਕਰਕੇ, ਕਦੀ ਕਿਸੇ ਦਾ ਪੋਚਾ ਫੇਰਾਉਣਾ, ਕਿਸੇ ਦੀ ਮਿੱਟੀ ਲਾਉਣੀ, ਕਿਸੇ ਦਾ ਕੰਮ ਕਰਾਉਣਾ, ਗੋਹੇ ਕੂੜੇ ਦਾ, ਲੀਰ ਬੋਕਰ ਦਾ, ਇਦਾਂ ਗੁਜ਼ਾਰਾ ਕਰਦੇ ਰਹੇ ਕਰਦਾ। ਤੇ ਤੁਹਾਡਾ ਆਪਣਾ ਵੀ ਕਹਿੰਦੇ ਆ ਕਿ ਆਪਰੇਸ਼ਨ ਹੋਣ ਵਾਲਾ ਵਾ? ਹਾਂਜੀ, ਇੱਕ ਹੋਇਆ, ਇੱਕ ਹੋਰ ਹੋਣ ਵਾਲਾ, ਬੱਚੇਦਾਨੀ ਚ ਰਸੌਲੀ ਆ, ਤੇ ਇਦਾਂ ਹੀ ਦਵਾਈ ਗੋਲੀ ਗਾਲੀ ਖਾ ਕੇ ਕੰਮ ਕਰਨ ਚੱਲ ਜਾਈਦਾ। ਫਿਰ ਤੁਹਾਡੀ ਕਿਸੇ ਮੈਂਬਰ ਨੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨੇ ਜਾਂ ਪਰਿਵਾਰਕ ਮੈਂਬਰ ਨੇ ਕਿਸੇ ਨੇ ਮਦਦ ਨਹੀਂ ਕੀਤੀ? ਨਾ, ਬਹੁਤ ਬੋਲਾ, ਸਾਰਿਆਂ ਨੂੰ ਕਿਹਾ, ਪਰ ਕਿਸੇ ਨੇ ਅੱਜ ਤੱਕ ਸਾਡੀ ਮਦਦ ਨਹੀਂ ਕੀਤੀ ਵੀ। ਜਿਵੇਂ 2001 ਦੇ ਵਿੱਚ ਤੁਹਾਡੇ ਪਤੀ ਦਾ ਐਕਸੀਡੈਂਟ ਹੋਇਆ, ਉਸ ਤੋਂ ਬਾਅਦ ਜਿਹੜੇ ਘਰ ਦੇ ਹਾਲਾਤ, ਤੁਹਾਨੂੰ ਥਾਂ ਵੇਚਣਾ ਪਿਆ, ਕੀ ਕਾਰਨ ਬਣੇ ਜਿਹੜੇ ਇਦਾਂ ਦੇ ਤੁਹਾਨੂੰ ਥਾਂ ਵੇਚ ਕੇ ਉਸ ਤੋਂ ਦਰ ਦੀਆਂ ਠੋਕਰਾਂ ਖਾ ਕੇ ਪਹਿਲਾਂ ਕਿਤੇ ਰਹੇ, ਉਸ ਤੋਂ ਬਾਅਦ ਫਿਰ ਕਿਤੇ ਰਹੇ? ਐਕਸੀਡੈਂਟ ਹੋਣ ਕਾਰਨ ਹੀ ਕਦੀ ਕਿਤੇ ਜਦੋਂ ਜਗ੍ਹਾ ਵੇਗੀ ਫਿਰ ਕੋਈ ਵੀ ਨਹੀਂ ਸਾਨੂੰ ਚੰਗਾ ਚਾਹੁੰਦਾ, ਰਿਸ਼ਤੇਦਾਰ ਵੀ ਜਾਂਦੇ ਆ ਤੇ ਕੋਈ ਕਹਿੰਦੇ ਸਾਡਾ ਤੇ ਆਪ ਗੁਜ਼ਾਰਾ ਹੁੰਦਾ, ਤੁਹਾਨੂੰ ਕਿੱਦਾਂ ਹੀ ਸੰਭਾਲੀਏ। ਫਿਰ ਇਹੋ ਆਪਣਾ ਮਿਹਨਤ ਮਜ਼ਦੂਰੀ ਕਰਕੇ ਤੇ ਰੋਟੀ ਖਾਂਦੇ ਰਹੇ। ਮਤਲਬ ਜਦੋਂ ਹੁਣ ਤੁਹਾਡੀ ਧੀ ਨੂੰ ਰੀਝ ਆਉਂਦੀ ਆ ਕਿ ਘਰ ਬਣਾਉਣ ਦਾ ਵਾ, ਸਾਡਾ ਵੀ ਘਰ ਹੋਵੇ, ਤੇ ਤੁਹਾਡੇ ਮਨ ਤੇ ਕੀ ਉਦੋਂ ਬੀਤਦੀ? ਸਾਡੇ ਮਨ ਤੇ ਬਹੁਤ ਬੀਤੀ, ਕਈ ਵਾਰ ਤੇ ਜੀ ਕਰਦਾ ਬੱਚੇ 4-6 ਜਾਣੇ ਦਵਾਈ ਪੀ ਕੇ ਤੇ ਆਪਣੀ ਆਤਮ ਹੱਤਿਆ ਕਰ ਲਈਏ। ਜ਼ਿੰਦਗੀ ਦਾ ਜੀਣ ਦਾ ਕੀ ਫਾਇਦਾ, ਨਾ ਕੋਈ ਰਿਸ਼ਤੇਦਾਰ ਬਾਂਹ ਫੜਦਾ, ਨਾ ਕੋਈ ਮੈਂਬਰ ਸਰਪੰਚ ਬਾਂਹ ਫੜਦਾ। ਸਾਡੇ ਬਸ ਇਹੋ ਤਮੰਨਾ ਹੈ ਕਿ ਸਾਡਾ ਘਰ ਹੋਵੇ, ਕੋਈ 2-4 ਮਰਲੇ ਜਗ੍ਹਾ ਹੋਵੇ, ਕੋਈ ਆਪਣਾ ਸਿਰ ਲਕਾਵਾ ਹੋਵੇ। ਜੇ ਕਿਰਾਏ ਤੇ ਰਹਿੰਦੇ, ਉਹ ਵੀ ਕਿਰਾਇਆ ਜੇ ਜਮ੍ਹਾਂ ਹੋ ਜਾਂਦਾ ਤਾਂ ਉਹ ਵੀ ਆਖ ਦਿੰਦੇ ਕਿ ਤੁਹਾਡਾ ਕਿਰਾਇਆ ਜਮ੍ਹਾਂ ਹੋਇਆ, ਘਰ ਖਾਲੀ ਕਰ ਦਿਓ। ਜਦੋਂ ਮੰਨ ਲਓ ਕਿਰਾਇਆ ਖਾਲੀ ਘਰ ਖਾਲੀ ਕਰਨਾ, ਉਸ ਤੋਂ ਬਾਅਦ ਤਾਂ ਤੁਹਾਡਾ ਹੋਰ ਕੋਈ ਸਹਾਰਾ ਹੀ ਨਹੀਂ ਹੈਗਾ।
ਨਾ ਸਾਰਾ ਡੈਡੀ ਵੀ ਪੂਰੇ ਹੋ ਗਏ, ਉਹ ਵੀ ਮੈਨੂੰ ਕਿ 2-4 ਹਜ਼ਾਰ ਰੁਪਇਆ ਦੇ ਦਿੰਦੇ ਖਰਚਣ ਵਾਸਤੇ, ਸੌਦਾ ਪੱਤਾ ਵੀ ਲਿਆ ਦਿੰਦੇ ਸੀ 10 ਹਜ਼ਾਰ, ਕਦੀ ਕਿਤੇੋਂ ਕਦੀ ਕਿਤੇੋਂ। ਤੇ ਉਹ ਵੀ ਉਹਨਾਂ ਦੀ ਡੈਥ ਹੋ ਗਈ 7 ਕੁ ਮਹੀਨੇ ਕਿ ਉਹ ਵੀ ਮੇਰਾ ਸਾਰਾ ਕਿ ਟੁੱਟ ਗਿਆ। ਤੇ ਉਸ ਤੋਂ ਬਾਅਦ ਤੁਹਾਡੇ ਭਰਾ ਨੇ ਜਾਂ ਕਿਸੇ ਭਰਜਾਈ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਕਿ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚੋਂ ਤੁਹਾਡੇ ਕੋਲ ਘਰ ਨਹੀਂ ਆ, ਤੁਹਾਡੇ 4 ਬੱਚੇ ਤੁਸੀਂ ਉਹਨਾਂ ਨੂੰ ਪਾਲ ਰਹੇ ਹੋ? ਨਾ ਅਜੇ ਤੱਕ ਕਿਸੇ ਨੇ ਦਿੱਤਾ, ਉਹ ਆਪ ਬਹੁਤ ਗਰੀਬ ਆ, ਉਹ ਆਪਣੀ ਗਰੀਬੀ ਚੋਂ ਨਿਕਲਣ ਡਏ ਆ। ਕਿ ਜਿਹੜੇ ਮੈਂ ਗਰੀਬੀ ਦੇ ਹਾਲਾਤ ਵੇਖਿਆ ਕਿ ਮਹਾਰਾਜ ਕਿਸੇ ਧੀ ਨੂੰ ਨਾ ਗਰੀਬੀ ਦੇ ਹਾਲਾਤ ਇਸ ਤਰ੍ਹਾਂ ਦੇ ਵਿਖਾ ਕੇ ਬੱਚੇ, ਮੈਂ ਪੜਾਉਣ ਵੀ ਡਈ ਆ, ਉਹਨਾਂ ਨੂੰ ਰੋਟੀ ਪਾਣੀ ਵੀ ਖਵਾਉਣ ਡਈ ਮਾੜਾ ਚੰਗਾ, ਜੋ ਹੁਣ ਰਾਤ ਦੀ ਖਾ ਲਈ ਤੇ ਦਿਨ ਦੀ ਟੈਨਸ਼ਨ ਰਹਿਣੀ ਕਿ ਇਹਨਾਂ ਨੂੰ ਕਿੱਥੋਂ ਖਵਾਉਣੀ ਰੋਟੀ। ਕਿਵੇਂ ਲਾਕਡਾਊਨ ਦੌਰਾਨ ਵੀ ਘਰ ਦਾ ਗੁਜ਼ਾਰਾ ਜਾਂ ਪਹਿਲਾਂ ਘਰ ਦੇ ਹਾਲਾਤ ਤਾਂ ਪਹਿਲਾਂ ਹੀ ਬਹੁਤ ਮਾੜੇ ਨੇ, ਹੁਣ ਉਤੋਂ ਲਾਕਡਾਊਨ ਸਰਕਾਰ ਵੱਲੋਂ ਤੇ ਸਰਕਾਰ ਨੇ ਤੁਹਾਨੂੰ ਬਣਦੀਆਂ ਸਹੂਲਤਾਂ ਵੀ ਦਿੱਤੀਆਂ, ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਏਦਾਂ ਹੀ ਕੰਮ ਕੀਤਾ, ਉਧਰੋਂ ਐਡਵਾਂਸ ਚੁੱਕ ਕੇ ਕੁਛ ਝੋਨਾ ਬੱਚਿਆਂ ਲਾ ਕੇ, ਤੇ ਮੈਂ ਝੋਨਾ ਲਾ ਕੇ ਕੋ ਜਿਹੜਾ ਸਾਡਾ ਕਰਜ਼ਾ ਸੀ ਉਹ ਥੋੜਾ ਬਹੁਤਾ ਅਸੀਂ ਲਾਇਆ ਆਪਣਾ। ਤੇ ਝੋਨਾ ਬੱਚੇ ਗੁੜੀਆਂ ਮੇਰੀਆਂ 4 ਬੱਚੇ ਲਵਾਉਂਦੇ ਰਹੇ ਝੋਨਾ ਮੇਰੇ ਨਾਲ। ਤੇ ਹੁਣ ਜਿਹੜੀ ਇੱਥੋਂ ਤੱਕ ਇਹ ਵੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਜਿਹੜੀ ਜਸਵਿੰਦਰ ਕੌਰ ਆ, ਇਹ ਵੀ ਜਦੋਂ ਛੋਟੀ ਜੀ ਸੀ ਤੇ ਇਹ ਵੀ ਬਿਮਾਰ ਹੋ ਗਈ। ਹਾਂਜੀ, ਬਹੁਤ ਬਿਮਾਰ ਹੋ ਗਈ, ਇਹਨੂੰ ਡਾਕਟਰਾਂ ਜਵਾਬ ਦੇ ਘੱਤਿਆ ਸੀ। ਅਸੀਂ ਅੱਧੀ ਰਾਤ ਹਨੇਰੇ ਆਣ ਕੇ, ਡਾਕਟਰ ਵੀ ਕਹਿੰਦੇ ਇਹਨੂੰ ਲੈ ਜਾਓ ਕਦੀ ਕਿਸੇ ਡਾਕਟਰ ਕੋਲ, ਰੋ ਕੇ ਇਹਨਾਂ ਨੂੰ ਕਿਹਨੂੰ ਬਚਾਇਆ। ਫਿਰ ਅੱਧੀ ਰਾਤ ਕਦੀ ਕਿਸੇ ਤੋਂ ਮੰਗ ਕੇ ਰੋਟੀ ਰਾਤ ਖਾਣੀ, ਕਦੀ ਕਿਸੇ ਤੋਂ। ਸਾਲ ਇੱਕ ਦੀ ਜਦੋਂ ਬਿਮਾਰ ਬਹੁਤ ਹੋ ਗਈ। ਇਹਨੂੰ ਕੀ ਇਦਾਂ ਦਾ ਹੋਇਆ ਸੀ ਜਿਹੜਾ ਕਿ ਡਾਕਟਰਾਂ ਨੇ ਇਹਨੂੰ ਜਵਾਬ ਦਿੱਤਾ ਕਿ ਇਹਨੂੰ ਘਰੇ ਲੈ ਜਾਓ? ਇਹਦਾ ਨਾ ਪੇਟ ਖਰਾਬ ਹੋਣ ਕਾਰਨ ਖੂਨ ਅੰਦਰੋਂ ਪੈਣ ਡੈ ਪਿਆ ਸੀ, ਤੇ ਇਸ ਕਰਕੇ ਡਾਕਟਰਾਂ ਜਵਾਬ ਦੇ ਦਿੱਤਾ। ਅਸੀਂ ਫਿਰ ਰੋਣ ਹਲਕੇ ਹੋ ਗਏ ਕਿ ਸਾਡੀ ਕੱਲੀ ਬੇਟੀ ਪੁੱਤਾਂ ਵਾਂਗੂ ਆ ਕੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਉਣਾ ਹੈ। ਫਿਰ ਉਹ ਤੋਂ ਚੋਰੀ ਡਾਕਟਰ ਤੋਂ ਲੈ ਕੇ ਅਸੀਂ ਭੱਜ ਕੇ ਤੇ ਫਿਰ ਹੋਰ ਕਿਸੇ ਡਾਕਟਰ ਦੇ ਕੋਲ ਕਰਾਇਆ ਚੈੱਕ, ਫਿਰ ਉੱਥੋਂ ਥੋੜਾ ਠੀਕ ਹੋਣਾ ਹੋ ਗਈ। ਕਿੱਦਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਗੁਜ਼ਰੇ ਹੋ? ਪਹਿਲਾਂ ਤੁਹਾਡੇ ਪਤੀ ਦਾ, ਫਿਰ ਧੀ ਵੀ ਇਦਾਂ, ਤੇ ਤੁਸੀਂ ਆਪ ਵੀ ਖੁਦ ਇਦਾਂ? ਹਾਂਜੀ, ਜਦੋਂ ਤੀਸਰੀ ਬੇਟੀ ਹੋਈ ਉਦੋਂ ਬਲੱਡ ਮੈਨੂੰ ਚੜਿਆ, ਉਦੋਂ ਵੀ ਕਹਿੰਦੇ ਜਾਂ ਬੱਚਾ ਬਾਜੂ ਜਾਂ ਬੇਟੀ ਬਾਜੂ। ਤੇ ਮੇਰੇ ਘਰ ਵਾਲੇ ਨੇ ਕਿਹਾ ਕਿ ਦੋਵੇਂ ਚੀਜ਼ਾਂ ਬਚਣੀਆਂ ਚਾਹੀਦੀਆਂ, ਚਾਹੇ ਬੇਟੀ ਚਾਹੇ ਬੇਟਾ। ਉਦੋਂ ਬਹੁਤ ਤਕਲੀਫਾਂ ਬਹੁਤ ਸਾਨੂੰ ਆਈਆਂ ਹੀ, ਇਹਨੇ ਕਹੇ ਤੱਕ ਕੋਈ ਵੀ ਕਿਸੇ ਦੀ ਵੀ ਧੀ ਹੋਵੇ ਇਸ ਤਰ੍ਹਾਂ ਦੀ ਤਕਲੀਫ ਨਹੀਂ ਝੱਲਣੀ ਕਿਹਨੂੰ ਚਾਹੀਦੀ। ਕਿੱਦਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਗੁਜ਼ਰ ਕੇ ਆਏ? ਬਹੁਤ ਜ਼ਿਆਦਾ, ਜਿੰਨੇ ਹਾਲਾਤ ਵੇਖਿਆ ਨਾ, ਕੋਈ ਵੀ ਨਹੀਂ ਹਾਲਾਤ ਵੇਖਣਾ ਚਾਹੀਦਾ। ਭੁੱਖੇ ਧਿਆਂ ਕੱਟ ਕੇ ਕਿ ਫਿਰ ਵੀ ਅਸੀਂ ਜ਼ਿੰਦਗੀ ਜੀਂਦੇ, ਪਰ ਇਹ ਜ਼ਿੰਦਗੀ ਦਾ ਜੀਣਾ ਕੋਈ ਨਹੀਂ ਜਿੰਦਾ, ਕਿਸੇ ਦਾ ਘਰ ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਹੁਣ ਪ੍ਰਸ਼ਾਸਨ ਤੋਂ ਜਾਂ ਇਹਨਾਂ ਦੇ ਵੀਰਾਂ ਤੋਂ ਕੀ ਮੰਗ ਕਰਦੇ ਹੋ ਕਿ ਕਿੱਦਾਂ ਦੀ ਤੁਹਾਡੀ ਮਦਦ ਕੀਤੀ? ਅਸੀਂ ਇਹੋ ਵੀਰਾਂ ਨੂੰ ਕਹਿੰਦੇ, ਭੈਣਾਂ ਨੂੰ ਕਹਿੰਦੇ ਕਿ ਚਲੋ ਜੋ ਕਿ ਗਰੀਬਾਂ ਦੀ ਕੋਈ ਮਦਦ ਸਾਡੀ ਕਰ ਸਕੇ ਤਾਂ ਜ਼ਰੂਰ ਸਾਡੀ ਬੇਨਤੀ ਕੀਤੀ ਜਾਂਦੀ ਹੈ ਕਿ ਇਹੋ ਕਿ ਅਸੀਂ ਬਹੁਤ ਧੰਨਵਾਦ ਉਹਦਾ ਕਰਾਂਗੇ। ਸਾਡੀ ਬਾਂਹ ਫੜਨ ਕੋਈ ਵੀਰ, ਜਿਹੜੇ ਭੈਣਾਂ ਗਈਆਂ ਬਾਹਰ। ਐਕਸੀਡੈਂਟ ਤੋਂ ਹੋਣ ਤੋਂ ਬਾਅਦ ਜਿਹੜੇ ਤੁਹਾਡੇ ਘਰ ਦੇ ਹਾਲਾਤ ਇੰਨੇ ਮਾੜੇ ਹੋਏ ਕਿ ਉਸ ਤੋਂ ਪਹਿਲਾਂ ਵੀ ਘਰ ਦੇ ਹਾਲਾਤ ਮਾੜੇ? ਨਹੀਂ, ਪਹਿਲਾਂ ਬਹੁਤ ਹੱਸਦੀ ਵਧੀਆ ਜ਼ਿੰਦਗੀ ਗੁਜ਼ਾਰ ਰਹੇ। ਐਕਸੀਡੈਂਟ ਤੋਂ ਬਾਅਦ ਜੋ ਹੋ ਗਏ ਸਾਰੇ ਸਾਡੇ ਫਿਰ ਠਾਂ ਹੀ ਤੁਰੇ ਗਏ। ਪਹਿਲਾਂ ਬੜੀ ਹੱਸਦੀ ਦੁਨੀਆ, ਸਾਰੇ ਬੱਚੇ। ਜਸਵਿੰਦਰ ਸਾਲ ਕਦੀ ਹੋ ਜੀ, ਫਿਰ ਤੋਂ ਐਕਸੀਡੈਂਟ ਹੋ ਗਿਆ, ਫਿਰ ਉਹ ਵੀ ਬਿਮਾਰ ਹੋ ਗਏ। ਫਿਰ ਦੁੱਖ ਨਿਕਲਦੇ ਸਾਡੇ ਇਦਾਂ ਨਿਕਲਦੇ ਆਏ। ਉਸ ਤੋਂ ਬਾਅਦ ਜਦੋਂ ਐਕਸੀਡੈਂਟ ਹੁੰਦਾ, ਉਸ ਤੋਂ ਬਾਅਦ ਜਿਹੜਾ ਜ਼ਿੰਦਗੀ ਆ ਤੁਹਾਡੀ ਕਿੱਦਾਂ ਜਿਹੜੀ ਢਲਣੀ ਸ਼ੁਰੂ ਹੋਈ? ਢਲਣੀ ਇਦਾਂ ਐਕਸੀਡੈਂਟ ਤੋਂ ਬਾਅਦ ਚ ਜਸਵਿੰਦਰ ਤੋਂ ਬਾਅਦ ਚ ਉਹ ਬਿਮਾਰ ਹੋ ਗਈ। ਫਿਰ ਇਦਾਂ 3 ਬੇਟੀਆਂ ਹੋਈਆਂ, ਬੇਟੀਆਂ ਤੋਂ ਬਾਅਦ ਚ ਮੈਨੂੰ ਬਲੱਡ ਸ਼ੁਰੂ ਚੜਨਾ ਡੈ ਪਿਆ। ਫਿਰ ਇਦਾਂ ਬਹੁਤ ਸਾਡੀ ਜ਼ਿੰਦਗੀ ਖਰਾਬ ਰਹੀ ਜੋ 2001 ਤੋਂ ਬਾਅਦ ਚ। ਤੁਹਾਡੇ ਪਿੰਡ ਦੇ ਵਿੱਚ ਜਿਵੇਂ ਤੁਸੀਂ ਹੁਣ ਆਪਣੇ ਸਹੁਰੇ ਪਰਿਵਾਰ, ਪੇਕੇ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਨਾ, ਤੁਸੀਂ ਬੱਚਿਆਂ ਦੇ ਨਾਨਕੇ ਪਿੰਡ ਦੇ ਵਿੱਚ ਰਹਿ ਰਹੇ ਹੋ, ਤੇ ਨਾਨਕੇ ਪਰਿਵਾਰ ਦੇ ਵਿੱਚ 4 ਸਾਲ ਹੋ ਗਏ ਤੁਹਾਨੂੰ ਰਹਿੰਦਿਆਂ ਨੂੰ। ਇਹ ਤਾਂ ਤੁਹਾਨੂੰ ਕੋਈ ਬਣਦੀ ਸਹੂਲਤ ਜਿਵੇਂ ਰਾਸ਼ਨ ਕਾਰਡ ਦੇ ਵਿੱਚ ਆਧਾਰ, ਕਣਕ ਤੇ ਇਦਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ? ਅਜੇ ਤੱਕ ਕੋਈ ਨਹੀਂ ਦਿੱਤੀ ਗਈ। ਕਹਿੰਦੇ ਕਿ ਬਣਾਉਣੇ ਆ, ਥੋੜੇ ਦਿਨਾਂ ਬਾਅਦ, ਮਹੀਨੇ ਪਿੱਛੋਂ ਫਿਰ ਤੁਹਾਨੂੰ ਸਹੂਲਤ ਦਿੱਤੀ ਜਾਊਗੀ। ਕੋਈ ਬਣਾਉਣੇ ਇਦਾਂ ਟਾਲਾ ਕਰਕੇ ਤੇ ਚਲੋ ਟਾਲ ਦਿੰਦੇ। ਆਪਾਂ ਗੱਲ ਕੀਤੀ ਹੈ ਜੀ ਇਸ ਪਰਿਵਾਰ ਦੇ ਨਾਲ, ਤੇ ਇਸ ਪਰਿਵਾਰ ਦੇ ਜਿਹੜੇ ਆ ਦੁੱਖ ਸੁਣੇ ਆ ਕਿ ਕਿੱਦਾਂ ਨੇ, ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਆ, ਕਿਵੇਂ ਇਹਨਾਂ ਨੇ ਪਹਿਲਾਂ ਥਾਂ ਘਰ ਦਾ ਵੇਚਿਆ, ਉਸ ਤੋਂ ਬਾਅਦ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ। ਹੁਣ ਸਾਡੇ ਨਾਲ ਇੱਥੇ ਪਿੰਡ ਦੇ ਕੁਝ ਮੋਤਬਾਰ, ਕੋਈ ਹੋਰ ਸੱਜਣ ਵੀ ਮੌਜੂਦ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹ ਕਿੰਨੇ ਚਿਰ ਤੋਂ ਇੱਦਾਂ ਦਰ ਦੀਆਂ ਠੋਕਰਾਂ ਖਾ ਰਹੇ ਨੇ। ਹੁਣ ਸਾਡੇ ਨਾਲ ਮੌਜੂਦ ਨੇ ਜਸਵਿੰਦਰ ਕੌਰ ਦੇ ਨਾਨੀ ਜੀ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਨਾਨਕੇ ਪਰਿਵਾਰ ਕਦੋਂ ਦੇ ਰਹਿ ਰਹੇ ਆ ਤੇ ਕਿੱਦਾਂ ਦੇ ਇਹਨਾਂ ਦੇ ਹਾਲਾਤ ਰਹੇ ਤੇ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਕੇ ਆਏ ਆ। ਮਾਂ ਜੀ, ਤੁਹਾਡੀ
ਧੀ ਦੇ ਜਿਹੜੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਵਾ ਕਿ ਪਹਿਲਾਂ ਉਹਨਾਂ ਦੇ ਪਤੀ ਬਿਮਾਰ ਹੋਏ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਧੀ ਬਿਮਾਰ ਹੋਈ, ਹੁਣ ਤੁਹਾਡੀ ਆਪਦੀ ਧੀ ਬਿਮਾਰ। ਹਾਂਜੀ, ਬਹੁਤ ਬਿਮਾਰ ਵਿਚਾਰੀ, ਦਵਾਈ ਦਾਰੂ ਖਾ ਕੇ ਗੁਜ਼ਾਰਾ ਕਰਦੀ ਤੇ ਉਹਦੀ ਜਗ੍ਹਾ ਨਹੀਂ ਪੁੱਤ ਹੈਗੀ। ਜਗ੍ਹਾ ਦੇ ਉੱਥੋਂ ਧੱਕੇ ਖਾਂਦੀ ਫਿਰਦੀ। ਅਸੀਂ ਪਨੀਤ ਕੋਲ ਗਏ, ਉਹਨੇ ਬਹੁਤ ਪਿਆਰ ਬੱਚਿਆਂ ਨਾਲ ਕੀਤਾ, ਕੁੜੀ ਨਾਲ ਵੀ ਕੀਤਾ, ਸਿਰ ਤੇ ਹੱਥ ਧਰਿਆ, ਪੁੱਤ ਮੈਂ ਤੇਰਾ ਬਹੁਤ ਕਰੂੰਗਾ, ਭੈਣ ਤੂੰ ਮੇਰੀ ਭੈਣ ਹੈ। ਉਹਨੇ ਉਸੇ ਵਕਤ ਆਪਦੇ ਮਾਮਾ ਜੀ ਨੂੰ ਫੋਨ ਕੀਤਾ। ਉਹਦਾ ਮਾਮਾ ਜੀ ਇੱਥੇ ਸਾਡੇ ਕੋਲ ਗੱਡੀ ਤੇ ਪਹੁੰਚੇ, ਸਾਡੇ ਆਣ ਕੇ ਆਂਦੇ ਜਗ੍ਹਾ ਵਿਖਾਓ। ਅਸੀਂ ਕਿਹਾ ਵੀ ਜਗ੍ਹਾ ਤੁਹਾਨੂੰ ਵਿਖਾ ਦਿੰਦੇ। ਉਹਨਾਂ ਦੇ ਪਸੰਦ ਨਾ ਆਈ ਵੀ ਕਿੱਕਰਾਂ ਵਾਲਾ ਜਗ੍ਹਾ ਹੈ। ਤੇ ਮੁੜ ਕੇ ਬਾਅਦ ਚ ਪਤਾ ਨਹੀਂ ਹੁੰਦਾ ਕੀ ਰੌਲਾ ਪੈ ਗਿਆ। ਨਹੀਂ ਤੇ ਸਾਨੂੰ ਤੇ ਬਹੁਤ ਉਹਨਾਂ ਨੇ ਆਖਿਆ ਸੀ ਵੀ ਅਸੀਂ ਕਰਾਂਗੇ ਜ਼ਰੂਰ, ਭੈਣ ਤੇਰਾ ਕਰੂੰਗਾ, ਮੈਂ ਤੇਰੀਆਂ ਧੀਆਂ ਦਾ ਵੀ ਸੋਚੂਗਾ। ਮਤਲਬ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਜਿਹੜਾ ਤੁਹਾਡਾ ਧੀ ਆ ਗੁਜ਼ਰ ਕੇ ਆਈ ਹੈ? ਬੜੇ ਪੁੱਤ, ਉਹ ਪਤਾ ਕੀ, ਪਹਿਲਾਂ ਜਿੱਦਣ ਮੈਂ ਵਿਆਹੀ ਸੀ ਨਾ, ਮੈਂ ਬਹੁਤ ਚਾਵਾਂ ਨਾਲ ਧੀ ਵਿਆਹੀ ਸੀ। ਮੈਂ ਕਿਹਾ ਮੇਰੀ ਭੋਰਾ ਜਿੰਨੀ ਬੱਚੀ ਆ, ਜਦੋਂ ਮੈਂ ਗਈ ਘਰ ਵੇਖਣ ਮੇਰੇ ਬਹੁਤ ਪਸੰਦ ਆਇਆ ਵੀ ਮੇਰੀ ਧੀ ਸੌਖੀ ਰਹੂਗੀ। ਤੇ ਉਹ ਮੁੜ ਕੇ ਪ੍ਰਾਹੁਣੇ ਦੀ ਇਸ ਤਰ੍ਹਾਂ ਜਸਵਿੰਦਰ ਹੋਈ ਤੇ ਲੱਤ ਟੁੱਟ ਗਈ ਜਦੋਂ ਇਹਦੀ ਬੇਟੀ ਪਹਿਲੀ ਹੋਈ ਆ। ਤੇ ਮੁੜ ਕੇ ਬੜੇ ਵਕਤ ਮੇਰੀ ਧੀ ਨੇ ਵੇਖ ਕੇ ਤੇ ਬਹੁਤ ਮੁਸੀਬਤ ਅਜੇ ਤੱਕ ਪੁੱਤ ਕੱਟੀ ਜਾਂਦੀ। ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਗੁਜ਼ਰ ਕੇ ਜਿਹੜੀ ਇੱਥੋਂ ਤੱਕ ਪਹੁੰਚ ਗਈ, ਉਹਨਾਂ ਨੂੰ ਆਪਦੇ ਘਰ ਦਾ ਥਾਂ ਵੀ ਵੇਚਣਾ ਪਿਆ? ਇਹ ਲੱਤ ਟੁੱਟ ਗਈ ਸੀ ਪੁੱਤ, ਪ੍ਰਾਹੁਣੇ ਦੀ ਲੱਤ ਟੁੱਟ ਗਈ ਤੇ ਮੁੜ ਕੇ ਹਸਪਤਾਲ ਵਿਚਾਰਾ ਦਾਖਲ ਹੋ ਗਿਆ। ਪਹਿਲਾਂ ਪੈਸਾ ਧੇਲਾ ਵੀ ਲਾ ਲਿਆ, ਫਿਰ ਉਹਨਾਂ ਆਖਿਆ ਵੀ ਪੈਸੇ, ਡਾਕਟਰ ਨੇ ਆਖਿਆ ਸਾਨੂੰ ਬੜੇ ਚਾਹੇ, ਕਿੰਨੇ ਦੱਸੇ ਉਹਨੇ। ਫਿਰ ਵਿਚਾਰੇ ਨੇ ਜਗ੍ਹਾ ਵੇਚੀ, ਭੈਣ ਭਰਾਵਾਂ ਰਲ ਕੇ ਵੇਚ ਘੱਤੀ ਵੀ ਭਰਾ ਤੇ ਬਚਾਈਏ, ਤੁਹਾਨੂੰ ਪਤਾ ਕੈਂਸਰ ਹੋਣ ਦਾ ਡਰ ਹੁੰਦਾ ਹੈ। ਤੇ ਉਹਨਾਂ ਆਖਿਆ ਕੈਂਸਰ ਹੋ ਜਾਣੀ ਤੇ ਫਿਰ ਵੀ ਲੱਤ ਨਾ ਕੱਟ ਦੇਣ। ਮੈਂ ਕਿਹਾ ਬੱਜ ਸਾਰੀ ਉਮਰ ਦੀ ਲੱਗ ਜੂ। ਤੇ ਮੇਰੀ ਧੀ ਨੇ ਇਹਦਾ ਸਾਥ ਨਹੀਂ ਛੱਡਿਆ। ਅਸੀਂ ਵੀ ਮਗਰ ਧੱਕੇ ਧੋੜੇ ਜੋ ਵੀ ਸਾਡੇ ਤੋਂ ਹੋ ਸਕੇ ਖਾਂਦੇ ਰਹੇ। ਮੇਰੀਆਂ ਧੀਆਂ ਵੀ ਖਾਂਦੀਆਂ ਰਹੀਆਂ ਥੇ ਵਾਲੀ ਮਾੜੀ। ਉੱਥੇ ਫਿਰ ਜਾ ਕੇ ਤੇ ਉਹ ਵਿਚਾਰੀ ਰੋਟੀ ਪਾਣੀ ਇਹਨਾਂ ਦਾ ਮਗਰ ਪਹੁੰਚਾਉਣਾ ਵੀ ਲੈ ਤੁਸੀਂ ਆਪਦਾ ਗੁਜ਼ਾਰਾ ਕਰੋ। ਮਤਲਬ ਪਹਿਲਾਂ ਤੁਹਾਡੇ ਜਿਹੜਾ ਜਵਾਈ ਸਾਹਿਬ ਆ ਉਹ ਵੀ ਬਿਮਾਰ ਹੋ ਗਏ, ਉਹਨਾਂ ਦਾ ਐਕਸੀਡੈਂਟ ਹੋਇਆ, ਉਹਨਾਂ ਦਾ ਆਪਰੇਸ਼ਨ ਹੋਇਆ? ਹਾਂ, ਪਹਿਲਾਂ ਨਹੀਂ ਸੀ ਹੋਇਆ। ਜਦੋਂ ਮੈਂ ਮੰਗੀ ਵਿਆਹੀ ਉਦੋਂ ਤੇ ਠੀਕ ਠਾਕ ਸੀ। ਤੁਹਾਨੂੰ ਪਤਾ ਹੀ ਹੈ ਜਦੋਂ ਧੀ ਵਿਆਹੀ ਉਦੋਂ ਚੰਗਾ ਹੀ ਵੇਖੀਦਾ ਘਰ। ਤੇ ਬਾਅਦ ਚ ਤੇ ਉਹ ਕੁਝ ਤਮਾਰਾਜ ਦੀ ਹੋ ਗਈ ਤੇ ਉਹ ਵਿਚਾਰੇ ਦੀ ਲੱਤ ਟੁੱਟ ਗਈ। ਲੱਤ ਟੁੱਟ ਕੇ ਤੇ ਬਾਅਦ ਚ ਮੁੜ ਕੇ ਮਸਾ ਹੀ ਰਾਜੀ ਕਿਤੇ 5-6 ਸਾਲ ਮੰਜੇ ਤੇ ਰਿਹਾ ਮੁੜ ਕੇ। ਉਸ ਤੋਂ ਬਾਅਦ ਜਿਹੜੀ ਤੁਹਾਡੀ ਆ ਜਸਵਿੰਦਰ ਕੌਰ ਆ ਧੀ ਆ, ਹਨਾ, ਹਾਂਜੀ, ਇਹ ਵੀ ਕਹਿੰਦੇ ਬਿਮਾਰ ਹੋ ਗਈ? ਇਹ ਉਦੋਂ ਹੀ ਬਿਮਾਰ ਹੋ ਗਈ, ਛੋਟੀ ਜੀ ਸੀ ਇਹ ਵੀ। ਫਿਰ ਇਹ ਭਿੱਖੀਵਿੰਡ ਦਾਖਲ ਕਰਾ ਛੱਡੀ, ਇਹ ਵੀ ਮਸਾ ਹੀ ਬਚੀ। ਡਾਕਟਰ ਨੇ ਜਵਾਬ ਦਿੱਤਾ, ਚੋਰੀ ਡਾਕਟਰ ਤੋਂ ਲੈ ਕੇ ਨਿਕਲ ਗਏ ਵੀ ਕਿਤੇ ਸਾਡੀ ਜਸਵਿੰਦਰ ਨਾ ਮੁੱਕ ਜੇ। ਤੇ ਉਹ ਵੀ ਟੈਨਸ਼ਨ ਬੜੀ ਮੇਰੀ ਗੁੜੀਆਂ ਨੂੰ ਪੈ ਗਈ। ਤੇ ਹੁਣ ਆਪ ਵੀ ਦਵਾਈ ਰੋਜ਼ ਡੇਲੀ ਦਵਾਈ ਡਾਕਟਰ ਤੋਂ ਲਿਆਉਂਦੀ ਆ। ਪਿੰਡ ਦੇ ਵਿੱਚੋਂ ਕਿਸੇ ਹੋਰ ਸਮਾਜ ਸੇਵੀ ਨੇ ਜਾਂ ਥੋੜੀ ਹੀ ਨਹੀਂ ਥੋੜੀ ਬਹੁਤ? ਨਹੀਂ ਪੁੱਤ, ਕਿਸੇ ਨੇ ਕੀਤੀ। ਮੈਂ ਬੜਿਆਂ ਨੂੰ ਆਖਿਆ, ਮੈਂ ਸਾਰਿਆਂ ਨੂੰ ਆਖਿਆ, ਮੈਂ ਕਿਹਾ ਮੇਰੀ ਧੀ ਨੂੰ ਵੇਖੋ ਕਿੰਨਾ ਕਿੰਨੀ ਜਗ੍ਹਾ ਵਾਲੀ ਛੱਪੜ ਦੇ ਕੰਢੇ, ਮੈਂ ਕਿਹਾ 2 ਮਰਲੇ ਦੇ ਦਿਓ, ਕਿਸੇ ਨੇ ਕੀਤੀ। ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੇ NRA? ਇਹੋ ਮੰਗ ਕਰਦੇ ਵੀ ਸਾਡੀ ਧੀ ਨੂੰ 2 ਮਰਲੇ ਜਗ੍ਹਾ ਮਿਲ ਜੇ ਤੇ 1 ਕਮਰਾ ਮਿਲ ਜੇ। ਇਹੋ ਹੀ ਆ, ਸਾਨੂੰ ਹੋਰ ਕੋਈ ਮੰਗ ਨਹੀਂ। ਚਲੋ ਬੱਚੀਆਂ ਤੇ ਆਪੇ ਇਹਦੀਆਂ ਵਿਚਾਰੀਆਂ ਮਟਿਆਰਾਂ ਆਪੇ। ਚਲੋ ਹੁਣ ਅੱਜ ਆਖਣ ਡਈ ਆਂਦੀ ਮੈਂ ਦਵਾਈ ਲੈਣੀ ਤੇ ਮੰਮੀ ਮੈਨੂੰ ਪੈਸੇ, ਮੈਂ ਪੁੱਤ ਮੈਂ ਦੇ ਜਾਣੀ, ਮੈਨੂੰ ਪੈਨਸ਼ਨ ਮਿਲੀ ਕੱਲ ਦੀ, ਮੈਂ ਤੈਨੂੰ ਦੇ ਜਾਣੀ। ਕੋਈ ਨਹੀਂ ਪੁੱਤ, ਜੇ ਉਹ ਕੰਮ ਪ੍ਰਾਹੁਣਾ ਜਾਂਦਾ ਦਿਹਾੜੀ ਦਾ ਪਤਾ ਉਹਦੇ ਫਿਰ ਦੂਜੀ ਪੱਥਰੀ ਉਹ ਪੀੜ ਹੋਣ ਡਈ, ਉਹ ਵਿਚਾਰਾ ਮੰਜੇ ਤੇ ਪੈ ਜਾਂਦਾ। ਪਰਸੋਂ ਇੱਥੇ ਡਾਕਟਰ ਉੱਤੋਂ ਇਹਨੇ ਬੋਤਲ ਲਵਾਈ ਅਜੇ। ਹੁਣ ਇਸ ਟਾਈਮ ਇਹਨਾਂ ਦੇ ਘਰ ਦਾ ਗੁਜ਼ਾਰਾ ਉਹ ਕਿਵੇਂ ਚੱਲ ਰਿਹਾ? ਗੁਜ਼ਾਰਾ ਕਿਸ ਤਰ੍ਹਾਂ ਪੁੱਤ, ਰਲ ਮਿਲ ਕੇ ਗੋਹਾ ਕੂੜਾ ਸੁੱਟ ਕੇ ਵਿਚਾਰੀ ਗੁਜ਼ਾਰਾ ਕਰਦੀ। ਪਿੰਡ ਚੋਂ ਲੈ ਆਉਂਦੀ, ਮੁੜ ਕੇ ਉਹ ਆੜੀ ਸੌਣੀ ਦਾਣੇ ਕੱਟ ਲੈਂਦੇ। ਉਹਨਾਂ ਨੂੰ ਆਖ ਦਿੰਦੀ ਮੈਨੂੰ ਅੱਜ 500 ਦੇ ਜਾਓ, ਅੱਜ 200 ਦੇ ਦਿਓ। ਅੱਜ ਉਹਨਾਂ ਦੇ ਇਦਾਂ ਦੇ ਹਾਲਾਤ ਆ ਕਿ ਉਹਨਾਂ ਦੇ ਕੋਲ ਜਿਹੜੇ ਕੱਪੜੇ ਪਾਉਣ ਲਈ ਵੀ ਨਹੀਂ ਹੈਗੇ? ਨਹੀਂ ਹੈਗੇ ਪੁੱਤ, ਨਹੀਂ ਹੈਗੇ। ਆਪਾਂ ਝੂਠ ਨਹੀਂ ਮਾਰਦੇ। ਮੈਂ ਮਹਾਰਾਜ ਦਾ ਬਾਣਾ ਪਾਇਆ, ਮੈਂ ਕੱਪੜੇ ਲਿਆਣ ਪਿੰਡ ਚੋਂ ਨਿੱਕੇ ਵੱਢ ਕੱਟ ਕਰ ਕਰਕੇ ਜਸਵਿੰਦਰ ਦਿੰਦੀ ਆ, ਫਿਰ ਉਹ ਪਾਉਂਦੀਆਂ ਬੱਚੀਆਂ। ਮੈਂ ਤੈਨੂੰ ਦੱਸ ਨਹੀਂ ਪੁੱਤ ਸਕਦੀ। ਮੈਂ ਜੇ ਇੱਕ ਦਿਨ ਮੈਂ ਸਾਂਦਰੇ ਗਈ, ਮੈਂ ਸਾਂਦਰੇ ਪੰਡ ਕੱਪੜਿਆਂ ਦੀ ਮੇਰੀ ਗੁੱਡੀਆਂ ਨੇ ਦਿੱਤੀ, ਉਹਨੂੰ ਵੀ ਕਿਸੇ ਨੇ ਦਿੱਤੇ ਤੇ ਮੈਂ ਇਹਨਾਂ ਨੂੰ ਲਿਆਣ ਕੇ ਦਿੱਤੇ ਆ। ਤੁਹਾਡੇ ਆਪਦੇ ਧੀਆਂ ਪੁੱਤ ਕਿੰਨੇ? ਮੇਰੇ 4 ਗੁੱਡੀਆਂ ਐ ਤੇ 3 ਕਾਕੇ ਆ। 2 ਵਿਚਾਰੇ ਬੱਜਲ ਆ, ਇੱਕ ਨੂੰਹ ਉਹ ਵੀ ਬੱਜਲ ਆ ਵੀ ਲੂਲੀ ਲੰਗੜੀ ਆ। ਉਹਦੀਆਂ 4 ਬੇਟੀਆਂ, ਉਹਦੀਆਂ ਵੀ ਵੱਡੇ ਮੁੰਡੇ ਦੀਆਂ ਜਿਹੜੇ ਬੱਜਲ ਦੋਵੇਂ ਜੀ। ਨਹੀਂ, ਇਸ ਜਿਹੜੀ ਜਸਵਿੰਦਰ ਦੇ ਮਾਤਾ, ਇਹਨਾਂ ਦੇ ਕੱਲਾਂ ਦੇ ਹਾਲਾਤ ਮਾੜੇ ਕਿ ਜਾਂ ਦੂਜਿਆਂ ਦੇ? ਸਾਰਿਆਂ ਦੇ ਪੋਤੇ ਇਸ ਤਰ੍ਹਾਂ ਹੀ ਵੀ ਸਾਡੀ ਕਿਸਮਤ ਮਾੜੀ। ਮੈਂ ਇਹ ਗੱਲ ਆਨੀ ਆ ਵੀ ਲੋਕੀ ਚੰਗੇ ਜਿਹੜੇ ਇੱਕ ਬੱਚਾ ਪੁੱਤ ਰੱਖਦੇ ਆ। ਮੈਂ ਤਾਂ ਜਿੰਨੇ ਜਾ ਤੇ ਉਹਨੇ ਤਾਂ। ਮੈਂ ਬੜੀ ਔਖੀ। ਮੈਂ ਤਾਂ ਅੱਗੇ ਸਾਰੀਆਂ ਆ ਦਿੰਦੀਆਂ ਵੀ ਤੈਨੂੰ ਹੋ ਗਿਆ। ਮੈਂ ਕਿਹਾ ਮੈਨੂੰ ਰੂਪੀ ਦਾ ਦੁੱਖ ਲੈ ਕੇ ਬਹਿੰਦਾ ਜਾਂਦਾ। ਮੈਂ ਨਹੀਂ ਰੂਪੀ, ਮੈਂ ਤੈਨੂੰ ਜਨਮ ਨਾ ਦਿੰਦੀ।
ਇਹ ਤਾਂ ਜਨਮ ਦਿਨ ਦੇ ਵਿੱਚ ਰੱਬ ਦੀ ਥੋੜਾ ਨਾ, ਇਹ ਤਾਂ ਕਿਸਮਤ ਕਹਿ ਲਓ ਮਾੜੀ ਹੈ ਨਾ। ਅੱਗੇ ਤੇ ਪਿਓ ਨੇ ਵੀ ਆਖਣਾ ਰੂਪੀ ਦਿਲ ਨਾ ਛੱਡ, ਮੈਂ ਤੈਨੂੰ ਸੌਦਾ ਖੰਡ ਚਾ ਲਿਆ ਦੇਣਾ। ਉਹਨੇ ਖੰਡ ਚਾ ਕਦੀ ਕਿਸੇ ਦੁਕਾਨ ਤੋਂ ਵਿਚਾਰੇ ਸੁਧਾਰ ਲਿਆ, ਪੈਨਸ਼ਨ ਮਿਲਣੀ, ਆਖਣਾ ਪੁੱਤ ਤੂੰ ਤੇ ਮੇਰਾ ਪੁੱਤ ਆ। ਫਿਰ ਤੁਹਾਨੂੰ ਪਤਾ ਹੈ ਕਿ ਕਮਰਾ ਥੋੜੀ ਜਿਹੀ ਸਾਡੀ ਜਗ੍ਹਾ ਤੇ ਉਹਦੇ ਵਿੱਚ ਫਿਰ ਰਹਿੰਦੀ ਤੇ ਮੇਰਾ ਮੁੰਡਾ ਸਹੁਰੇ ਰਹਿੰਦਾ, ਫਿਰ ਉਹ ਘਰੇ ਆ ਗਿਆ। ਫਿਰ ਉਹਨੇ ਆਖਿਆ ਆਪਦਾ ਟਿਕਾਣਾ ਕਰ ਲਓ ਜਿੱਥੇ ਤੁਹਾਡਾ ਜੀ ਕਰਦਾ। ਫਿਰ ਵਿਚਾਰੇ ਇੱਧਰ ਕਿਰਾਏ ਤੇ ਆ ਗਏ। ਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਆ, ਕਈ ਵਾਰ ਇਹਨਾਂ ਨੇ ਜਿਹੜੀ ਜ਼ਹਿਰੀਲੀ ਦਵਾਈ ਖਾਣ ਦੀ ਵੀ ਕੋਸ਼ਿਸ਼ ਕੀਤੀ ਪੁੱਤ। ਗੋਲੀਆਂ ਇੱਕ ਵਾਰੀ ਖਾ ਲਈਆਂ ਫਨੈਣ ਦੀਆਂ, ਫਿਰ ਇੱਥੇ ਡਾਕਟਰ ਹਰਪਾ ਲਿਆ, ਉਹਨੇ ਬਚਾਇਆ। ਫਿਰ ਇੱਕ ਦਿਨ ਇਹ ਦਵਾਈ ਪੀ ਲੈਣ ਲੱਗੇ ਸਾਰਾ ਪਰਿਵਾਰ ਹੀ। ਫਿਰ ਇੱਥੇ ਆਣ ਕੇ ਰੌਲਾ ਰੱਪਾ ਮੈਂ ਵੀ ਪਾਇਆ, ਮੈਂ ਕਿਹਾ ਮੈਂ ਮਰੀ ਫਿਰ ਮੈਨੂੰ ਵੀ ਦੇ ਦਿਓ ਨਾਲ। ਤੇ ਕੱਪੜੇ ਲੋਕੀ ਹਾੜੀ ਸੌਣੀ ਇਹਨਾਂ ਨੂੰ ਪੁੰਨਾ ਰੱਤੀ ਪੁੱਤ ਬਣਾ ਕੇ ਦਿੰਦੇ ਆ। ਉਹ ਹੋਊਗੀ ਤੇ ਤੁਹਾਡੇ ਮੂੰਹ ਤੇ ਵੀ ਉਹ ਆਖ ਦੇਣਗੇ, ਉਹ ਖਬਰ ਵੀ ਵੇਖਣਗੇ ਤਾਂ ਉਹਨਾਂ ਆਖਣਾ ਵੀ ਕੱਪੜੇ ਲਿਆਣ ਕੇ ਦੇਣੇ। ਹੁਣ ਵਿਚਾਰੀਆਂ ਦੀਆਂ ਅਸੀਂ ਕੀ ਪਾਉਣਾ, ਨਾਨੀ ਅਸੀਂ ਕੀ ਪਾਉਣਾ। ਮੈਂ ਕਿਹਾ ਪੁੱਤ ਮੇਰੇ ਕੋਲ ਗੁੰਜਾਇਸ਼ ਹੋਵੇ ਮੈਂ ਤੁਹਾਨੂੰ ਕਦੀ ਨਾ ਤਰਸਣ ਦੇਵਾਂ। ਆਪਾਂ ਗੱਲਬਾਤ ਕੀਤੀ ਇਸ ਪਰਿਵਾਰ ਦੇ ਨਾਲ ਤੇ ਦੇਖੀ ਇਸ ਪਰਿਵਾਰ ਦੇ ਕਿੱਦਾਂ ਦੇ ਹਾਲਾਤ ਆ। ਪਰਿਵਾਰ ਨੇ ਕਈ ਵਾਰ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਰੀਬੀ ਦੇ ਮਾਰੇ, ਕਿ ਇੰਨੇ ਜ਼ਿਆਦਾ ਮਾੜੇ ਹਾਲਾਤ ਆ ਤੇ ਕਿਸੇ ਸਮਾਜ ਸੇਵੀ ਸੰਸਥਾ ਨੇ ਇਹਨਾਂ ਦੀ ਮਦਦ ਨਹੀਂ ਕੀਤੀ। ਤੇ ਜਿਹੜੀ ਧੀ ਆ ਉਹ ਵੀ ਸੁਚੱਜੇ ਹੱਥਾਂ ਦੀ ਉਹਨਾਂ ਦੀ ਕਲਾ ਦੇ ਨਾਲ ਉਹਨੇ ਇੱਕ 2 ਮੰਜ਼ਲੀ ਘਰ ਤਿਆਰ ਕੀਤਾ ਵਾ। ਤੇ ਪਰ ਬਦਕਿਸਮਤੀ ਨਾਲ ਪਰਿਵਾਰ ਦੇ ਕੋਲ ਸਿਰ ਲਿਖਾਉਣ ਲਈ ਛੱਤ ਨਹੀਂ ਆ। ਉਹ ਪਰਿਵਾਰ ਕਿਰਾਏ ਤੇ ਗੁਜ਼ਾਰਾ ਕਰ ਰਿਹਾ ਕਿ ਜਦੋਂ ਕਿਰਾਇਆ ਨਹੀਂ ਤਰਦਾ ਤੇ ਜਿਹੜੇ ਕਿਰਾਏਦਾਰ ਆ ਜਿਨ੍ਹਾਂ ਨੇ ਮਕਾਨ ਜਿਨ੍ਹਾਂ ਦਾ, ਉਹ ਵੀ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਨੇ। ਤੇ ਪਰਿਵਾਰ ਨੇ ਜਿਹੜੀ ਆ ਸਮਾਜ ਸੇਵੀ ਸੰਸਥਾਵਾਂ ਤੋਂ NRI ਵੀਰਾਂ ਤੋਂ ਮਦਦ ਦੀ ਗੁਹਾਰ ਲਾਈ ਆ ਕਿ ਪਰਿਵਾਰ ਦੀ ਬਾਹਾਂ ਫੜੀ ਜਾਵੇ ਤੇ ਪਰਿਵਾਰ ਦੀ ਮਦਦ ਕੀਤੀ ਜਾਵੇ। ਤਰਨਤਾਰਨ ਤੋਂ ਗੁਰਜੀਤ ਔਲਖ ਦੇ ਨਾਲ ਕੈਮਰਾਮੈਨ ਗੁਰਜੀਤ ਸਿੰਘ।